पंजाब मेल यूएसए देख रहे सारे दर्शकों का स्वागत है। प्रोग्राम पंजाब चर्चा की अज की कड़ी जिहड़ी है कुछ खास है। पंजाब की धरती जरखेज धरती है जिथे सोना उगलदा है। हरी क्रांति तो बाद पंजाब के लोगों ने जां कह लो कि पंजाब के किसानों ने वो फसलां उगाउणियां शुरू कर दित्तियां जिहड़ियां कैश क्रॉप सी, घੱਟ समय दे विच वध लाहा दिंदियां सी, वध लाभ दिंदियां सी। पर इन्हां ने जमीनां नूं जिहड़ा है बहुत नुकसान पहुँचाया। ਜ਼ਮੀਨਾਂ ਜਿਹੜੀਆਂ ਨੇ ਉਹ ਬੰਜਰ ਹੁੰਦੀਆਂ ਜਾ ਰਹੀਆਂ ਨੇ। ਕਈ ਥਾਂ ਤੇ ਪੰਜਾਬ ਦੀ ਜ਼ਮੀਨ ਜਿਹੜੀ ਹੈ ਸ਼ੋਰਾ ਉਗਲ ਰਹੀ ਹੈ। ਅੱਜ ਇਸੇ ਵਿਸ਼ੇ ਦੇ ਉੱਤੇ ਜਾਂ ਇਹ ਕਹਿ ਲਓ ਕਿ ਇਸ ਵਿਸ਼ੇ ਦੇ ਨਾਲ ਮਿਲਦੇ ਜੁਲਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਸੁਰਿੰਦਰ ਸਿੰਘ ਨਾਗਰਾ ਜੀ, ਜੋ ਰੇਸ਼ਮ ਆਯੁਰਵੈਦਿਕ ਨਰਸਰੀ ਚਲਾਉਂਦੇ ਨੇ ਤੇ ਉਹਦੇ ਨਾਲ ਮੈਡੀਸਨ ਪਲਾਂਟਸ ਦੀ ਖੇਤੀ ਕਰਦੇ ਨੇ। ਸਰ, ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਅੰਦਰ। ਸਰੋਤਿਆਂ ਸਾਰਿਆਂ ਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਬਸ ਸਾਡੇ ਦੇਖਣ ਵਾਲਿਆਂ ਨੂੰ ਇਹ ਦੱਸਦਾ ਕਿ ਸੁਰਿੰਦਰ ਜੀ ਜਿਹੜੇ ਨੇ ਉਹ ਮੈਡੀਸਨ ਪਲਾਂਟ ਦੀ ਖੇਤੀ ਕਰਦੇ ਨੇ। ਕਿਹੜੇ ਪਲਾਂਟ ਨੇ ਸੁਰਿੰਦਰ ਜੀ ਤੁਸੀਂ ਲਾਉਣੇ ਨੇ, ਔਰ ਇਹ ਜਿਹੜਾ ਤੁਹਾਡੇ ਕੋਲੇ ਸੋਚ ਆਏ ਕਹ ਲਓ ਜਾਂ ਫਿਰ ਇਹ ਮੋੜ ਕਦੋਂ ਤੋਂ ਆਇਆ? ਦੇਖੋ, ਜਿਹੜਾ ਇਨਸਾਨ ਆ ਜੀ, ਇਹ ਜਦੋਂ ਕੋਈ ਵੀ ਕੰਮ ਕਰਦਾ ਜੀ, ਉਹਦੇ ਪਿੱਛੇ ਤਿੰਨ ਚੀਜ਼ਾਂ ਹੁੰਦੀਆਂ, ਜਾਂ ਉਹਦਾ ਲਾਲਚ ਜੀ, ਤੇ ਜਾਂ ਉਹਦਾ ਸ਼ੌਂਕ ਜੀ, ਤੇ ਜਾਂ ਉਹਦੇ ਮਗਰ ਡੰਡਾ ਜੀ। ਮੇਰਾ ਸ਼ੌਂਕ ਜਿਹੜਾ ਸੀ ਬਚਪਨ ਤੋਂ ਸੀਗਾ, ਇਹਨਾਂ ਜੜੀਆਂ ਬੂਟੀਆਂ ਵਾਲੇ ਪਾਸੇ ਵੈਦਾਂ ਹਕੀਮਾਂ ਦੇ ਕੋਲ ਬੈਠਣਾ ਤੇ ਉਹਨਾਂ ਦੀ ਸੰਗਤ ਕਰਨੀ। ਲੇਕਿਨ ਸਮੇਂ ਦੇ ਹਾਲਾਤ ਦੇ ਨਾਲ ਮੈਂ ਇੱਧਰਲੇ ਪਾਸੇ ਚੱਲ ਨਹੀਂ ਸਕਿਆ। ਮੈਂ ਹੋਰ ਕਾਰੋਬਾਰ 'ਚ ਪੈ ਗਿਆ, ਆਪਣੇ ਖੇਤੀ ਦੇ ਵਿੱਚ, ਟਰਾਂਸਪੋਰਟ ਦੇ ਵਿੱਚ, ਪੈਸਟੀਸਾਈਡ, ਫਰਟੀਲਾਈਜ਼ਰ, ਆੜਤ ਜੀ, ਇੱਧਰਲੇ ਪਾਸੇ ਨੂੰ ਪੈ ਗਿਆ। ਲੇਕਿਨ ਜਿੱਦਾਂ ਜਿੱਦਾਂ ਬੰਦਾ ਜਵਾਨ ਹੁੰਦਾ ਜਾਂਦਾ, ਉਹਦੀ ਸੰਗਤ ਜਿਹੜੀ ਆ ਉਹ ਚੇਂਜ ਹੁੰਦੀ ਜਾਂਦੀ ਆ, ਚਾਹੇ ਉਹ ਮਾੜੀ ਹੁੰਦੀ ਜਾਏ ਚਾਹੇ ਚੰਗੀ ਹੁੰਦੀ ਜਾਏ, ਉਹਦੀ ਸੋਚ ਦੇ ਹਿਸਾਬ ਨਾਲ ਜੀ। ਤੇ ਮੇਰੀ ਹਮੇਸ਼ਾ ਸੰਗਤ ਜਿਹੜੀ ਸੀ ਆਪ ਤੋਂ ਵੱਡੀ ਉਮਰ ਦਿਆਂ ਦੇ ਨਾਲ ਰਹੀ ਜੀ, ਕਿਉਂਕਿ ਵੱਡਿਆਂ ਕੋਲੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਸੀ। ਮੇਰੇ ਇੱਕ ਵੱਡੇ ਭਰਾ ਬਣੇ ਜਲੰਧਰ ਸ਼ਹਿਰ ਦੇ ਕਾਨੂੰਗੋ ਸ਼ਿਵ ਕੁਮਾਰ ਜੀ, ਜਿਹੜੇ ਕਿ ਮਾਡਲ ਹਾਊਸ ਦੇ ਵਿੱਚ ਰਹਿੰਦੇ ਸੀਗੇ ਜੀ। ਬਹੁਤ ਇਮਾਨਦਾਰ ਇਨਸਾਨ ਸੀ। ਬੜੀ ਉਹਨਾਂ ਦੀ ਜਿਹੜਾ ਸੀਗਾ ਪਿਆਰ ਦੇ ਨਾਲ NRI ਵੀਰ ਵੀ ਤੇ ਹੋਰ ਵੀ ਸਾਰੇ ਲੋਕੀ ਉਹਨਾਂ ਦਾ ਬੜਾ ਸਤਿਕਾਰ ਕਰਦੇ ਸੀਗੇ ਜੀ। ਤੇ ਮੇਰਾ ਉਹਨਾਂ ਦੇ ਨਾਲ ਮਿਲਾਪ ਹੋਇਆ, ਮੇਰੇ ਵੱਡੇ ਭਾਈ ਬਣੇ ਉਹ, ਸਾਡਾ ਬਹੁਤ ਜ਼ਿਆਦਾ ਪਿਆਰ ਵਧਿਆ। ਅਚਾਨਕ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਗਈ, ਜਿਹਦੇ ਵਿੱਚ ਉਹਨਾਂ ਦੇ ਅਸੀਂ ਅੱਖਾਂ ਦਾ ਆਪਰੇਸ਼ਨ ਵੀ ਕਰਾਇਆ ਅੰਮ੍ਰਿਤਸਰ ਤੋਂ ਜੀ, ਔਰ ਲੱਤਾਂ ਤੇ ਛਾਲੇ ਨਿਕਲ ਆਏ। ਟ੍ਰੀਟਮੈਂਟ ਹੁੰਦੀ ਰਹੀ ਕਾਫੀ। ਬਾਹਰੋਂ ਫੋਨ ਆਉਂਦੇ ਰਹੇ NRI ਭਰਾਵਾਂ ਦੇ ਕਿ ਸ਼ਿਵ ਕੁਮਾਰ ਜੀ ਬਚਣੇ ਚਾਹੀਦੇ ਆ, ਠੀਕ ਹੋਣੇ ਚਾਹੀਦੇ, ਪੈਸਾ ਜਿੰਨਾ ਮਰਜ਼ੀ ਲੱਗ ਜਾਏ ਅਸੀਂ ਭੇਜ ਦਿਆਂਗੇ ਜੀ। ਮੈਂ ਦੇਖਿਆ ਕਿ ਅਸੀਂ ਇੰਨੇ ਬੰਦੇ ਵੀ ਉਹਨਾਂ ਦੇ ਨਾਲ ਜੁੜੇ ਹੋਣ ਕਰਕੇ, ਪੈਸੇ ਦੀ ਵੀ ਕੋਈ ਥੋੜ ਨਾ ਹੋਣ ਕਰਕੇ, ਤੇ ਅਸੀਂ ਜਿਹੜਾ ਆ ਉਹਨਾਂ ਨੂੰ ਬਚਾ ਨਹੀਂ ਸਕੇ। ਉਹਨਾਂ ਦੀ ਮੌਤ ਬੜੀ ਭਿਆਨਕ ਸੀ, ਪੈਰਾਂ ਤੇ ਛਾਲੇ ਨਿਕਲ ਆਏ, ਨਿਗਾਹ ਤੋਂ ਦਿਸਣਾ ਹਟ ਗਿਆ ਜੀ, ਔਰ ਉਹਨਾਂ ਦਾ ਅੰਤ ਜਿਹੜਾ ਸੀ ਬਹੁਤ ਭਿਆਨਕ ਸੀਗਾ ਜੀ। ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਫੁਲਵਾੜੀ ਬੜੀ ਵਧੀਆ ਹੈਗੀ ਆ। ਉਹਨਾਂ ਦੇ ਇੱਕ ਬੇਟਾ ਬੈਂਕ ਦੇ ਵਿੱਚ ਮੈਨੇਜਰ ਆ ਜੀ, ਇੱਕ ਦੈਨਿਕ ਜਾਗਰਣ ਦੇ ਵਿੱਚ ਚੰਗੀ ਪੋਸਟ 'ਤੇ ਹੈਗੇ ਨੇ। ਉਹਨਾਂ ਨੂੰ ਜਦੋਂ ਉਹਨਾਂ ਦੀ ਡੈਥ ਹੋਈ 1998 ਦੇ ਵਿੱਚ, ਤੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਤੇ ਮੈਂ ਆਪਣੇ ਕਾਰੋਬਾਰ ਤੋਂ ਪਿੱਛੇ ਹਟਦਾ ਗਿਆ। ਮੈਂ ਸੋਚਿਆ ਕਿ ਜੇ ਨਾ ਪੈਸਾ ਕੁਝ ਕਰ ਸਕਿਆ, ਨਾ ਬੰਦੇ ਕਰ ਸਕੇ ਜੀ, ਤੇ ਫਿਰ ਇਹਦਾ ਕੰਮ ਕਰਨ ਦਾ ਫਾਇਦਾ ਕੀ? ਇੰਨੇ ਰਿਸ਼ਤੇਦਾਰ, ਇੰਨੇ ਯਾਰ ਦੋਸਤ ਬਣਾਉਣ ਦਾ ਫਾਇਦਾ ਕੀ? ਲੇਕਿਨ ਮੇਰੇ ਕਿਸੇ ਸੱਜਣ ਬੇਲੀ ਨੇ ਮੈਨੂੰ ਇਹਦੇ ਬਾਰੇ ਫਿਰ ਝੋੜਿਆ। ਉਹ ਕਹਿੰਦਾ ਤੇਰੇ ਅੰਦਰ ਪਏ ਰਹਿਣ ਦੇ ਨਾਲ ਕੀ ਹੋਏਗਾ ਜੀ, ਜੇ ਕੋਈ ਮਰ ਜਾਂਦਾ ਤੇ ਉਹਦੇ ਨਾਲ ਮਰਿਆ ਨਹੀਂ ਜਾਂਦਾ। ਉਹ ਕੰਮ ਕਰੀਏ ਜਿਹਦੇ ਨਾਲ ਉਹਨੂੰ ਮਰਨ ਤੋਂ ਬਾਅਦ ਵੀ ਤਸੱਲੀ ਹੋਵੇ ਜੀ, ਦੁਨੀਆ ਤੋਂ ਜਾਣ ਤੋਂ ਬਾਅਦ ਵੀ ਤਸੱਲੀ ਹੋਵੇ। ਤੇ ਮੈਂ ਸੋਚਿਆ ਕਿ ਚਲੋ ਫਿਰ ਮੈਂ ਇਹਦੀ ਬੁੱਕਸ ਮੰਗਾ ਕੇ ਸਟੱਡੀ ਕਰਨੀ ਸ਼ੁਰੂ ਕੀਤੀ। ਚੰਗੇ ਜਿਹੜੇ ਸੰਤ ਮਹਾਤਮਾ ਸੀਗੇ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀਸਾਹ ਵਾਲੇ ਜੀ, ਤੇ ਬਾਬਾ ਗੁਰਬਚਨ ਸਿੰਘ ਜੀ ਆਪਣੇ ਬਾਗੇ ਪੁਰਾਣੇ ਵਾਲੇ ਜੀ, ਉਹਨਾਂ ਦੀ ਸੰਗਤ ਕੀਤੀ। ਤੇ ਫਿਰ ਉੱਥੇ ਇੱਕ ਹੋਰ ਜਿਹੜੀ ਮੇਨ ਪ੍ਰੋਬਲਮ ਜਿਹੜੀ ਮੈਨੂੰ ਲੱਗਦੀ ਸੀ ਜੀ,
ਉਹ ਇਹ ਸੀ ਕਿ ਜੜੀ ਬੂਟੀ ਤੋਂ ਅਗਰ ਦਵਾਈ ਤਿਆਰ ਕੀਤੀ ਜਾਂਦੀ ਆ ਜੀ ਉਹਦੇ ਵਿੱਚ ਡਰੱਗਸ ਵੀ ਪੈਂਦੀ ਆ ਜੀ ਭਸਮ ਵੀ ਪੈਂਦੀ ਆ ਜੀ ਤੇ ਜੀਵ ਜੰਤੂ ਦੇ ਅੰਸ਼ ਵੀ ਕਈਆਂ 'ਚ ਪੈਂਦੇ ਆ ਜੀ ਤੇ ਮੈਂ ਉਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ। ਫਿਰ ਮੈਂ ਸੋਚਿਆ ਕਿ ਇਹਦਾ ਬਦਲ ਲੱਭਿਆ ਜਾਵੇ। ਬਦਲ ਮੈਨੂੰ ਉਹਦਾ ਇਹ ਲੱਭਾ ਕਿ ਜਿਹੜੇ ਕੁਝ ਬੂਟੇ ਹੈਗੇ ਆ, ਜੜੀਆਂ ਬੂਟੀਆਂ ਹੈਗੀਆਂ, ਬਨਸਪਤੀ ਹੈਗੀ ਆ, ਜੀ ਉਹਦੇ ਤੋਂ ਸਿੱਧਾ ਹੀ ਅਸੀਂ ਡਾਇਰੈਕਟ ਕੰਮ ਲੈ ਸਕਦੇ ਹਾਂ, ਜਿਹਦੇ 'ਚ ਇਹਨਾਂ ਤਿੰਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈ ਸਕਦੀ। ਜੀ ਫਿਰ ਇੱਕ ਵਾਰੀ ਅਸੀਂ ਫਿਰ ਸਨ 2003 ਦੀ ਗੱਲ ਹੈਗੀ ਆ, ਜੀ 2002-03 ਦੀ, ਤੇ ਅਸੀਂ ਇੱਦਾਂ ਬੈਠੇ ਸੀਗੇ ਤੇ ਗੱਲਬਾਤ ਚੱਲੀ ਜੀ ਤੇ ਵੀ ਸੱਚਾ ਮਿੱਤਰ ਕੌਣ ਹੁੰਦਾ। ਜੀ ਉਹਦੇ ਵਿੱਚ ਇੱਕ ਸੱਜਣ ਨੇ ਕਿਹਾ, ਇੰਗਲੈਂਡ ਤੋਂ ਸੀਗਾ, ਉਹ ਕਹਿੰਦਾ ਸੱਚਾ ਮਿੱਤਰ ਉਹ ਹੁੰਦਾ ਜਿਹੜਾ ਡੁੱਬਦੇ ਨੂੰ ਬਚਾ ਲੈ। ਜੀ ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਵੀ ਜਦੋਂ ਕੋਈ ਗੱਲ ਕਰਦਾ ਉਹਦੀ ਗੱਲ ਦੇ ਵਿੱਚੋਂ ਉਹਦਾ ਅਰਕ ਲੱਭਿਆ ਜਾਵੇ। ਜੀ ਜੇ ਕੋਈ ਦਵਾਈ ਦੀ ਗੱਲ ਕਰਦਾ, ਕਿਸੇ ਜੜੀ ਬੂਟੀ ਦੀ ਗੱਲ ਕਰਦਾ, ਤੇ ਮੇਰੇ ਕੰਨ ਉਧਰਲੇ ਪਾਸੇ ਹੁੰਦੇ ਸੀ। ਤੇ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਠੀਕ ਆ, ਮੈਨੂੰ ਮੇਰੀ ਗੱਲ ਦਾ ਜਵਾਬ ਲੱਭ ਗਿਆ, ਜੀ ਪਰ ਉਹ ਜਵਾਬ ਤੁਸੀਂ ਦਿਓਗੇ। ਉਹ ਕਹਿੰਦਾ ਉਹ ਕੀ? ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ ਭਾਜੀ ਮੈਨੂੰ ਇੱਕ ਗੱਲ ਦੱਸੋ, ਜੀ ਮੈਂ ਕਰਤਾਰਪੁਰ ਹੜ੍ਹ ਆਇਆ, ਉੱਥੇ ਡੁੱਬਣ ਡਿਆ, ਤੇ ਤੁਸੀਂ ਬੈਠੇ ਹੋ ਇੰਗਲੈਂਡ, ਤੁਸੀਂ ਮੈਨੂੰ ਕਿੱਦਾਂ ਬਚਾ ਲੋਗੇ? ਕਹਿੰਦਾ ਮੈਂ ਫੇਰ ਤਾਂ ਨਹੀਂ ਬਚਾ ਸਕਦਾ। ਤੇ ਮੈਂ ਕਿਹਾ ਫੇਰ ਤੁਸੀਂ ਸੱਚੇ ਮਿੱਤਰ ਕਿੱਦਾਂ ਹੋਏ? ਕਹਿੰਦਾ ਹਾਂ ਫੇਰ ਮੈਂ ਤੈਨੂੰ ਬਚਾ ਨਹੀਂ ਸਕਦਾ। ਮੈਂ ਕਿਹਾ ਨਹੀਂ ਤੁਸੀਂ ਬਚਾ ਸਕਦੇ ਹੋ, ਉੱਥੇ ਬੈਠੇ ਵੀ ਬਚਾ ਸਕਦੇ ਹੋ। ਉਹ ਕਹਿੰਦੇ ਉਹ ਕਿੱਦਾਂ? ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਵਾਹਿਗੁਰੂ ਜੀ ਜੇ ਤੁਸੀਂ ਸਾਨੂੰ ਤਰਨਾ ਸਿਖਾ ਦਿਓ ਬਿਲਕੁਲ, ਤੇ ਅਸੀਂ ਆਪ ਵੀ ਬਚ ਜਾਈਏ, ਅਸੀਂ 10 ਹੋਰਾਂ ਨੂੰ ਵੀ ਬਚਾ ਲਈਏ। ਤੇ ਉਹਦੇ ਵਿੱਚੋਂ ਮੈਨੂੰ ਉਹਦਾ ਬਦਲ ਇਹ ਲੱਭਿਆ ਕਿ ਜਿਹੜੀਆਂ ਜੜੀਆਂ ਬੂਟੀਆਂ ਅਲੋਪ ਹੋ ਗਈਆਂ ਜੀ ਜਾਂ ਦੂਸਰੇ ਸਟੇਟਾਂ ਦੇ ਵਿੱਚ ਲੱਭਦੀਆਂ ਜੀ ਜਾਂ ਕੁਝ ਨਵੀਆਂ ਜਿਹੜੀਆਂ ਹੈਗੀਆਂ ਬਾਹਰਲੀ ਕੰਟਰੀਆਂ ਦੀਆਂ ਹੈਗੀਆਂ, ਜੀ ਉਹਨਾਂ ਨੂੰ ਪ੍ਰਾਪਤ ਕਰਕੇ ਕਰਤਾਰਪੁਰ ਇੱਕ ਨਰਸਰੀ ਦੇ ਰੂਪ ਦੇ ਵਿੱਚ ਇਹਨੂੰ ਸਾਰੇ ਨੂੰ ਢਾਲ ਕੇ ਤੇ ਉੱਥੋਂ ਸਾਰਿਆਂ ਨੂੰ ਇਹਦੇ ਗੁਣ ਦੱਸੇ ਜਾਣ ਜੀ, ਇਹਦੀ ਸਰਚ ਕੀਤੀ ਜਾਵੇ ਵੀ ਕੀ ਕੀ ਗੁਣ ਆ ਜੀ, ਇਹਨਾਂ 'ਚ ਦੇਖਿਆ ਜਾਵੇ ਕਿ ਕੋਈ ਇਹਦੇ ਸਾਈਡ ਇਫੈਕਟ ਤਾਂ ਨਹੀਂ ਜੀ, ਤੇ ਇਹਨਾਂ ਤੋਂ ਇਹ ਬੂਟੇ ਹੀ ਲੋਕਾਂ ਨੂੰ ਘਰ ਘਰ ਲਵਾਤੇ ਜਾਣ ਜੀ, ਤਾਂ ਕਿ ਉਹ ਘਰੇ ਹੀ ਉਹ ਬੂਟੇ ਵਰਤ ਕੇ ਉਹਨਾਂ ਨੂੰ ਕਿੱਦਾਂ ਵਰਤਣਾ ਤੇ ਉਹ ਤੰਦਰੁਸਤੀ ਲੈ ਸਕਣ। ਵਾਕਈ ਮੈਂ ਸਾਡੇ ਦੇਖਣ ਵਾਲਿਆਂ ਨੂੰ ਇਹ ਦੱਸਦਾ ਕਿ ਸੁਰਿੰਦਰ ਸਿੰਘ ਜੀ ਪੂਰੀ ਦੁਨੀਆ ਤੋਂ ਜਾਂ ਫਿਰ ਪੂਰੇ ਭਾਰਤ ਤੋਂ ਵਿੱਚੋਂ ਜਿਹੜੇ ਨੇ ਬੂਟੇ ਲੈ ਕੇ ਆਉਂਦੇ ਨੇ, ਉਹਨੂੰ ਆਪਣੀ ਨਰਸਰੀ ਦੇ ਵਿੱਚ ਪਹਿਲਾਂ ਟੈਸਟ ਕਰਦੇ ਨੇ, ਫਿਰ ਜੇ ਉਹਨਾਂ ਦੇ ਫਾਇਦੇ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਅੱਗੇ ਦਿੱਤਾ ਜਾਂਦਾ ਹੈ ਆਮ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਲਾਉਣ ਲਈ। ਇਹ ਸਮਾਂ ਜਿਹੜਾ ਹੈ ਇਦਾਂ ਦਾ ਹੈ ਕਿ ਹਰ ਕੋਈ ਕਿਸੇ ਨਾ ਕਿਸੇ ਰੋਗ ਦੇ ਨਾਲ ਗ੍ਰਸਤ ਹੈ ਸੁਰਿੰਦਰ ਜੀ, ਤੇ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਪਲਾਂਟਾਂ ਦੀ ਤੇ ਲੋਕੀ ਜਲਦੀ ਯਕੀਨ ਨਹੀਂ ਕਰਦੇ, ਤਾਂ ਤੁਸੀਂ ਕਿੱਦਾਂ ਸਮਝਾਉਂਦੇ ਹੋ ਕਿ ਇਹਨਾਂ ਦੇ ਆਹ ਫਾਇਦੇ ਨੇ, ਕਿੰਨਾ ਕੁ ਔਖਾ ਹੁੰਦਾ ਹੈ ਜਾਂ ਕਿਵੇਂ ਸਮਝਾਉਂਦੇ ਹੋ? ਦੇਖੋ ਜੀ ਜਿਹੜੀ ਔਖੜ ਹੋਣ ਵਾਲੀ ਗੱਲ ਆ ਜੀ, ਮੈਂ ਟਰਾਲੀ ਟਰੈਕਟਰ ਬਣਾਇਆ, ਉਹਦੇ ਤੇ ਲੈ ਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਘੁੰਮਣਾ ਜੀ, ਗਰਮੀ ਦੇ ਵਿੱਚ ਜਿੱਥੇ ਕੋਈ ਦਰਖਤ ਹੋਣਾ ਉੱਥੇ ਰੁਕ ਜਾਣਾ ਜੀ, ਜਲੰਧਰ ਸ਼ਹਿਰ 'ਚ ਘੁੰਮਣਾ ਤੇ ਬੜੀ ਜੇ ਕਹਿ ਲਈਏ ਕਿ ਜਲੀਲ ਹੋਣਾ ਪੈਂਦਾ ਸੀ। ਜੀ, ਜੇ ਕਿਸੇ ਨੂੰ ਦੱਸੀਦਾ ਸੀ ਉਹ ਕਹਿੰਦਾ ਜਾ ਜਾ ਤੇਰਾ ਤੇ ਦਿਮਾਗ ਹਿੱਲ ਗਿਆ। ਜੀ, ਜੇ ਬੂਟਿਆਂ ਨਾਲ ਠੀਕ ਹੋਣ ਲੱਗ ਪਏ ਤੇ ਫਿਰ ਐਡੇ ਐਡੇ ਹਸਪਤਾਲ ਕਿੱਥੇ ਜਾਣਗੇ? ਫਿਰ ਕਿਸੇ ਨੇ ਆਪਣੇ ਘਰ ਦੇ ਮੂਹਰੇ ਨਹੀਂ ਖੜੇ ਹੋਣ ਦੇਣਾ, ਉਹਨਾਂ ਨੇ ਕਹਿਣਾ ਅੰਦਰੋਂ ਨਿਕਲਣਾ ਅੰਮ੍ਰਿਤਧਾਰੀ ਸਿੰਘ ਸਿੰਘਣੀ ਹੋਣੇ, ਚਲੋ ਚਲੋ ਇੱਥੋਂ ਪਰੇ ਹੋਵੋ, ਇਹ ਸਾਡੇ ਚੋਰੀ ਹੋ ਜੂ। ਜੀ, ਇਹ ਸਮਾਂ ਸੀ। ਮੇਰੇ ਰਿਸ਼ਤੇਦਾਰਾਂ ਨੇ, ਮੇਰੇ ਕਾਫੀ ਜਿਹੜੇ ਸੱਜਣ ਬੇਲੀ ਜਿਹੜੇ ਮੇਰੇ ਦੁੱਖ ਨੂੰ ਨਹੀਂ ਸੀ ਸਮਝਦੇ, 2-4 ਦੋਸਤ ਹੀ ਮੇਰੇ ਨਾਲ ਸੀਗੇ, ਬਾਕੀ ਸਾਰੇ ਜਿਹੜੇ ਸੀ ਪਿੱਛੇ ਹਟ ਗਏ ਕਿ ਇਹ ਥੱਲੇ ਹੁਣ ਘਾਟੇ 'ਚ ਜਾਣ ਡਿਆ ਕਿਉਂਕਿ ਗੱਡੀਆਂ ਵੀ ਵਿਕ ਗਈਆਂ ਤੇ ਕਾਰੋਬਾਰ ਵੀ ਸਾਰਾ ਬੰਦ ਹੋ ਗਿਆ। ਤੇ ਬਸ ਉਹ ਕਹਿ ਲਓ ਕਿ ਉਹਨਾਂ ਨੇ ਟੀਚਰ ਕਰਕੇ ਚੱਲ ਜਾਣਾ, ਹਾਂ ਦੱਸ ਘਾਟਾ ਤੈਨੂੰ ਇੰਨਾ ਕਿੱਦਾਂ ਪੈ ਗਿਆ, ਤੂੰ ਫੁੱਲ ਬੂਟੇ ਵੇਚਣ ਲੱਗ ਪਿਆ। ਅਸੀਂ ਕਹਿਣਾ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਸੋਝੀ ਦੇਈਂ। ਅੱਜ ਦੀ ਡੇਟ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂਗਾ ਕਿ ਬਠਿੰਡੇ ਯੂਨੀਵਰਸਿਟੀ ਵਾਲੇ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਜੀ, ਉੱਥੋਂ ਧੱਕੇ ਮਾਰ ਕੇ ਕੱਢ ਦਿੰਦੇ ਅੰਦਰੋਂ, ਟੇਬਲ ਲੈ ਕੇ ਪੈਸੇ ਲੈਣ ਦੇ ਬਾਵਜੂਦ ਵੀ। ਉਧਰਲੇ ਲੋਕੀ ਜੋ ਸਾਡੇ ਕੋਲ ਆਉਂਦੇ ਸਾਨੂੰ ਦੂਰ ਪੈਂਦਾ ਜੀ, ਸਾਨੂੰ ਉੱਥੇ ਤੁਸੀਂ ਨੇੜੇ ਕਰੋ। ਅਸੀਂ ਅੱਜ ਤੋਂ 2 ਸਾਲ ਪਹਿਲਾਂ ਵੀ ਉੱਥੇ ਗਏ
ਤੇ ਉਹਨਾਂ ਨੇ ਕਿਹਾ ਕਿ ਜਿੰਨਾ ਏਰੀਆ ਹੈਗਾ ਆ ਇਹਦਾ ਮੇਲੇ ਦਾ ਉਹਦੇ 'ਚ ਤੁਸੀਂ ਨਜ਼ਰ ਨਹੀਂ ਆਉਣੇ ਚਾਹੀਦੇ। ਸਾਨੂੰ ਸਪੈਸ਼ਲ ਵਲੰਟੀਅਰ ਕਹਿੰਦੇ ਕਿ ਸਾਨੂੰ ਉਹਨਾਂ ਨੇ ਹਦਾਇਤ ਕੀਤੀ ਆ ਬਾਹਰ ਕੱਢਤਾ। ਸੁਰਿੰਦਰ ਜੀ, ਇਹ ਕਿਉਂ ਹੋਇਆ, ਕਿਉਂ ਬਾਹਰ ਕੱਢਿਆ ਤੁਹਾਨੂੰ? ਕਿਉਂਕਿ ਤੁਸੀਂ ਇੱਕ ਚੰਗਾ ਕੰਮ ਕਰ ਰਹੇ ਹੋ ਔਰ ਇਹ ਕਹਿ ਲਈਏ ਕਿ ਯੂਨੀਵਰਸਿਟੀ ਵਰਗੇ ਜਿਨ੍ਹਾਂ ਨੂੰ ਸਭ ਨੂੰ ਪਤਾ ਹੁੰਦਾ ਹੈ ਕਿ ਪੌਦਿਆਂ ਦਾ ਫਾਇਦਾ ਹੈ, ਉੱਥੋਂ ਇਹ ਤਵੱਕੋ ਨਹੀਂ ਕੀਤੀ ਜਾ ਸਕਦੀ। ਜਦ ਕਿ ਇੱਥੇ ਜਲੰਧਰ ਹਾਰਟੀਕਲਚਰ ਦੇ ਥਰੂ ਅਸੀਂ ਟੇਬਲ ਵੀ ਬੁੱਕ ਕਰਾਏ, ਆਪਣਾ ਸਟਾਲ ਵੀ ਬੁੱਕ ਕਰਾਇਆ ਜੀ, ਪੈਸੇ ਵੀ ਭਰੇ ਜੀ, ਸਾਨੂੰ ਫੇਰ ਵੀ ਖੜਨ ਨਹੀਂ ਦਿੱਤਾ। ਉਹ ਵਿੱਚੋਂ ਫਿਰ ਬਾਅਦ ਦੇ ਵਿੱਚ ਗੱਲ ਦਾ ਪਤਾ ਲੱਗਾ ਕਿ ਜ਼ਿਮੀਂਦਾਰ ਜਿਹੜੇ ਆ ਜੀ ਉਹ ਸਾਨੂੰ ਨਾਰਾਜ਼ ਹੁੰਦੇ ਇਹਨਾਂ ਦੇ ਨਾਲ, ਬਈ ਇੱਕ ਜਿਹੜਾ ਜੱਟ ਆ ਉਹ ਇੰਨੇ ਕੰਮ ਕਰੀ ਜਾਂਦਾ, ਇੰਨਾ ਕੁਝ ਲੱਭਦਾ ਤੇ ਤੁਸੀਂ ਕਣਕ ਝੋਨੇ ਤੇ ਦਵਾਈਆਂ ਤੋਂ ਬਿਨਾਂ ਗਾਂ ਕਿਉਂ ਨਹੀਂ ਕੁਝ ਦੱਸਦੇ, ਸਾਡੀ ਬਦਨਾਮੀ ਹੁੰਦੀ। ਜਦ ਕਿ ਜਲੰਧਰ ਸ਼ਹਿਰ ਦੇ ਐਗਰੀਕਲਚਰ ਹਾਰਟੀਕਲਚਰ ਨੇ ਕਾਫੀ ਸਾਥ ਦਿੱਤਾ ਜੀ। ਉਹਨਾਂ ਨੇ ਸਾਨੂੰ ਸਟਾਲ ਦਿੱਤੇ, ਸਾਨੂੰ ਖੜੇ ਹੋਣ ਲਈ ਜਗ੍ਹਾ ਦਿੱਤੀ ਜੀ। ਇੱਥੋਂ ਤੱਕ ਕਿ ਲੁਧਿਆਣੇ ਚਲੋ ਯੂਨੀਵਰਸਿਟੀ ਦੇ ਅੰਦਰ ਰਸ਼ ਹੁੰਦਾ, ਅਸੀਂ ਬਾਹਰ ਰੋਡ ਦੇ ਉੱਤੇ ਖੜਦੇ ਸੀ ਜੀ। ਅਸੀਂ ਬਾਹਰ ਜਿਹੜੀ ਜਗਰਾਵਾਂ ਰੋਡ ਦੇ ਉੱਤੇ ਗੁਰਦੁਆਰਾ ਹੈਗਾ ਆ ਨਾਨਕਸਰ ਸਾਹਿਬ ਵਾਲਿਆਂ ਦਾ, ਉਹਦੇ ਬਾਹਰਲੇ ਪਾਸੇ ਅਸੀਂ ਉੱਥੇ ਟਰਾਲੀ ਖੜੀ ਕਰ ਲਈ ਤਾਂ ਉਹਨਾਂ ਨੇ ਪੁਲਿਸ ਸੱਦ ਲਈ ਜੀ। ਉਹਨਾਂ ਨੇ ਖੜੇ ਨਹੀਂ ਹੋਣ ਦਿੱਤਾ। ਜਲੀਲ ਤਾਂ ਬਹੁਤ ਹੋਣਾ ਪਿਆ, ਲੇਕਿਨ ਉਹਦਾ ਫਲ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਸਾਨੂੰ ਮਿਲਦਾ ਪਿਆ ਵਾ। ਜਦੋਂ ਦੂਰੋਂ ਦੂਰੋਂ ਸਾਰੇ ਲੋਕਾਂ ਨੂੰ ਪਤਾ ਲੱਗਾ ਤੁਹਾਡੇ ਮੀਡੀਆ ਦੇ ਥਰੂ, ਹੋਰ ਚੈਨਲਾਂ ਦੇ ਥਰੂ, ਫਿਰ ਇਦਾਂ ਹੀ ਘੁੰਮਦੇ ਘੁੰਮਦੇ ਇੱਕ ਦਿਨ ਮੈਂ ਮਾਡਲ ਟਾਊਨ ਨੂੰ ਲੰਘ ਰਿਹਾ ਸੀ, ਡਿਫੈਂਸ ਕਲੋਨੀ ਕੋਲ ਦੀ ਜੀ, ਤੇ ਉੱਥੋਂ ਅੰਦਰੋਂ ਨਿਕਲੇ ਇਨਕਮ ਟੈਕਸ ਦੇ ਕਮਿਸ਼ਨਰ ਸਾਹਿਬ। ਮਾਡਲ ਟਾਊਨ ਜਲੰਧਰ ਜੀ ਜੀ, KS ਪਠਾਨੀਆ ਸਾਹਿਬ ਜੀ। ਉਹ ਪਹਿਲੋਂ ਲੰਘ ਗਏ, ਬਾਅਦ ਦੇ ਵਿੱਚ ਉਹਨਾਂ ਨੇ ਆ ਕੇ ਤੇ ਮੈਨੂੰ ਪੁੱਛਿਆ, ਬਾਬਾ ਜੀ ਇਹ क्या है? तो मैं क्या सर जी ये मेडिकेटेड प्लांट है। बोलते कि आप सेल करते हो कि प्रदर्शनी करते हो? ਅਸੀਂ ਕਿਹਾ ਜੀ ਦੋਨੇ ਚੀਜ਼ਾਂ ਕਰਦੇ ਹਾਂ ਜੀ। ਉਹ ਕਹਿੰਦੇ ਅੱਛਾ ਆਪਣਾ ਨੰਬਰ ਦਿਓ, ਮੈਂ ਫਿਰ ਮਿਲੂੰਗਾ। ਮੈਂ ਉਹਨਾਂ ਨੂੰ ਆਪਣਾ ਕਾਰਡ ਦਿੱਤਾ ਜੀ। ਉਹ ਅਗਲੇ ਦਿਨ ਹੀ ਜੀ ਕਰਤਾਰਪੁਰ ਮੇਰੇ ਕੋਲ ਰੇਸ਼ਮ ਆਯੁਰਵੈਦਿਕ ਨਰਸਰੀ ਤੇ ਪਹੁੰਚ गए और ਉੱਥੇ ਜਾ ਕੇ ਉਹਨਾਂ ਨੇ ਮੈਨੂੰ ਹਲਾਸ਼ੇਰੀ ਦਿੱਤੀ। ਉਹ ਕਹਿੰਦੇ आप इतना बढ़िया काम कर रहे हो तो आपकी कोई बाजू नहीं पकड़ रहा जी। ਅਸੀਂ ਕਿਹਾ ਜੀ ਸਾਡੀ ਬਾਜੂ ਕਿਹਨ ਪਕੜਨੀ? ਉਹ ਕਹਿੰਦੇ ਕੋਈ ਨਹੀਂ, ਕੱਲ ਨੂੰ ਆਈਓ ਉੱਥੇ ਜੀ। ਮੈਂ ਅਗਲੇ ਦਿਨ ਇਨਕਮ ਟੈਕਸ ਦੇ ਦਫ਼ਤਰ ਗਿਆ, ਅਚਾਨਕ ਹੀ ਉੱਥੇ ਰਿਟਾਇਰਮੈਂਟ ਸੀ। ਰਿਟਾਇਰਮੈਂਟ ਤੇ ਉਹਨਾਂ ਨੇ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਸੀ, ਬਜਾਏ ਇਸ ਦੇ ਕਿ ਟੇਬਲਾਂ ਤੇ ਖੜੇ ਹੋ ਕੇ ਪੀਂਦੇ, ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਬੈਠ ਕੇ ਪੀਓ ਤੇ ਨਾਗਰਾ ਸਾਹਿਬ ਦੇ ਵਿਚਾਰ ਸੁਣੋ। ਉਹ ਪਹਿਲੀ ਮੇਰੀ ਜਿਹੜੀ ਸਪੀਚ ਸੀਗੀ ਜਦੋਂ ਤੁਸੀਂ ਲੋਕਾਂ ਦੇ ਮੁਖਾਤਿਬ। ਹਾਂਜੀ, ਔਰ ਉਹਦਾ ਮੈਨੂੰ ਇੰਨਾ ਜ਼ਿਆਦਾ ਹੁੰਗਾਰਾ ਮਿਲਿਆ ਕਿ ਇਨਕਮ ਟੈਕਸ ਵਾਲੇ ਜਿੰਨੇ ਸੀ ਉਹ ਮੇਰੇ ਨਾਲ ਜੁੜ ਗਏ, ਜਿਹੜੇ ਅੱਜ ਵੀ ਮੇਰੇ ਨਾਲ ਜੁੜੇ ਆ। ਕਾਫੀ ਚੀਜ਼ਾਂ ਮੇਰੇ ਕੋਲੋਂ ਲੈ ਰਹੇ ਆ, ਗੁੜ ਲੈ ਰਹੇ, ਹਲਦੀ ਲੈ ਰਹੇ ਆ, ਸਟੀਵੀਆ ਪਾਊਡਰ ਲੈ ਰਹੇ ਆ, ਤੇ ਕੋਈ ਪ੍ਰੋਬਲਮ ਹੁੰਦੀ ਆ ਫੋਨ ਆਉਂਦਾ। ਫਿਰ ਉਹਨਾਂ ਨੇ TV ਸੈਂਟਰ ਵਾਲਿਆਂ ਨੂੰ ਕਿਹਾ, ਰੇਡੀਓ ਸਟੇਸ਼ਨ ਵਾਲਿਆਂ ਨੂੰ ਕਿਹਾ ਕਿ ਤੁਹਾਡੇ ਜਿਹੜੇ ਐਗਰੀਕਲਚਰ ਦੇ ਪ੍ਰੋਗਰਾਮ ਹੈਗੇ ਆ ਤੇ ਤੁਸੀਂ ਉਹਦੇ ਵਿੱਚ ਇਹ ਕਿਉਂ ਨਹੀਂ ਐਡ ਕਰਦੇ? ਫਿਰ ਉਹਨਾਂ ਨੇ ਸੱਦਣਾ ਸ਼ੁਰੂ ਕਰਤਾ। ਫਿਰ ਸਾਨੂੰ TV ਸੈਂਟਰ ਤੋਂ ਵੀ ਨਾਲੇ ਪੈਸੇ ਮਿਲਣੇ, ਨਾਲੇ ਪ੍ਰੋਗਰਾਮ ਹੋਣਾ, ਰੇਡੀਓ ਸਟੇਸ਼ਨ ਤੋਂ ਵੀ ਮਿਲਣਾ। ਤੇ ਪਿਛਲੇ ਸਾਲ ਦੀ ਜਦੋਂ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਬਠਿੰਡੇ ਦੀ, ਤੇ ਉੱਥੇ ਪਤਾ ਲੱਗ ਗਿਆ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਸਾਹਿਬ ਨੂੰ, ਤੇ ਉਹਨਾਂ ਨੇ ਉਸੇ ਵੇਲੇ ਮੈਨੂੰ ਫੋਨ ਕਰਕੇ ਆਪਣੇ ਰੇਡੀਓ ਸਟੇਸ਼ਨ ਤੇ ਬੁਲਾ ਕੇ ਉਹ ਕਹਿੰਦੇ ਅਸੀਂ ਤਾਂ ਤੁਹਾਨੂੰ ਲੱਭਦੇ ਫਿਰਦੇ ਸੀ ਤੇ ਤੁਸੀਂ ਸਾਨੂੰ ਅੱਜ ਲੱਭ ਗਏ। ਫਿਰ ਉਹਨਾਂ ਨੇ ਰਿਕਾਰਡਿੰਗ ਕਰਾਈ, ਉਹਨਾਂ ਨੇ ਰਿਕਾਰਡਿੰਗ ਚਲਾਈ, ਉਹਦੇ ਨਾਲ ਮੈਨੂੰ ਰਿਸਪੌਂਸ ਮਿਲਿਆ। ਇਸ ਤਰ੍ਹਾਂ ਫਿਰ ਜਿਹੜਾ ਇਹ ਮੇਰਾ ਸਿਲਸਿਲਾ ਸੀਗਾ ਚੱਲ ਗਿਆ। ਅੱਛਾ ਜੀ ਨਾਗਰਾ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਮੈਡੀਸਿਨ ਪਲਾਂਟ ਦੀ, ਤੇ ਕਿਹੜੇ ਪਲਾਂਟ ਨੇ ਜਿਹੜੇ ਆਮ ਲਗਾਏ ਜਾ ਸਕਦੇ ਨੇ ਤੇ ਉਹਨਾਂ ਤੋਂ ਬਹੁਤ ਫਾਇਦਾ ਹੁੰਦਾ ਹੈ, ਸਾਨੂੰ ਦੱਸੋ। ਦੇਖੋ ਬਹੁਤ ਸਾਰੇ ਪਲਾਂਟ ਹੈਗੇ ਆ, ਜਿੱਦਾਂ ਅੱਜ ਦੀ ਡੇਟ ਦੇ ਵਿੱਚ ਸ਼ੂਗਰ ਪ੍ਰੋਬਲਮ, ਥਾਇਰਾਇਡ ਤੇ ਲੀਵਰ ਪ੍ਰੋਬਲਮ ਜੀ, ਇਹ ਤਕਰੀਬਨ ਸਾਰਿਆਂ ਨੂੰ ਹੈਗੀਆਂ। ਬਿਲਕੁਲ। ਇਹਦੇ ਲਈ ਇਨਸੂਲਿਨ ਪਲਾਂਟ ਬਹੁਤ ਵਧੀਆ ਜੀ। ਕੁਝ ਮੇਰੇ ਵੀਰ ਭਲੇਖੇ ਨਾਲ ਕੌੜੇ ਪੱਤਿਆਂ ਵਾਲੇ ਨੂੰ ਬੂਟੇ ਨੂੰ ਇਨਸੂਲਿਨ ਕਹਿ ਕੇ ਖਾ ਰਹੇ ਆ, ਜਿਹੜਾ ਬਾਅਦ ਦੇ ਵਿੱਚ ਕਿਡਨੀਆਂ ਫੇਲ ਕਰਦਾ। ਸ਼ੂਗਰ ਦਾ ਮਤਲਬ ਹੁੰਦਾ ਗਲੂਕੋਜ਼ ਜੀ, ਤੇ ਬਿਮਾਰੀ ਇਹਦੀ ਦਾ ਇਹ ਹੁੰਦਾ ਕਿ ਜਿਹੜੀ ਸਾਡੀ એનર્ਜੀ ਬੋਡੀ ਦੇ ਅੰਦਰ ਰਹਿਣੀ ਆ ਉਹ ਬਾਥਰੂਮ ਦੇ ਨਾਲ ਬਾਹਰ ਜਾ ਰਹੀ ਆ, ਸਾਡਾ ਰਿਜ਼ਰਵ ਤੇਲ। ਤੇ ਇਹ ਇਨਸੂਲਿਨ ਦੇ ਵਿੱਚ ਰਲ ਕੇ ਗਲੂਕੋਜ਼ ਜਿਹੜਾ ਆ ਇਹ ਸਾਡੀ ਚਰਬੀ 'ਚ ਕਨਵਰਟ ਹੋਣਾ ਹੁੰਦਾ।
ਇਨਸੂਲਿਨ ਬਣਨ ਲੱਗ ਜਾਏ ਤੇ ਸਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਆ। ਇਹਨੂੰ ਤੁਸੀਂ ਆਪਣੇ ਗੂਗਲ 'ਚ ਜਾ ਕੇ ਇਨਸੂਲਿਨ ਪਲਾਂਟ ਭਰੋਗੇ ਤੇ ਤੁਹਾਨੂੰ ਉਹਦਾ ਸਾਰਾ ਲੱਭ ਜਾਣਾ ਕਿ ਬੂਟਾ ਕਿੱਥੇ ਦਾ ਹੈਗਾ, ਇਹਦੇ ਕੀ ਗੁਣ ਆ, ਸਾਰਾ ਕੁਝ। ਤੇ ਪੰਜਾਬ ਦੇ ਮੌਸਮ ਨੂੰ ਇਹ ਜਿਹੜਾ ਹੈ ਮੰਨ ਲੈਂਦਾ ਹੈ, ਇੱਥੇ ਉੱਗ ਜਾਂਦਾ ਹੈ, ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ? ਅਸੀਂ ਇਹਦੀ ਸਾਰੀ ਸਰਚ ਕੀਤੀ, ਪਹਿਲਾਂ 7 ਸਾਲ ਇਹਦੇ ਤੇ ਅਸੀਂ ਲਾਏ ਸੀ ਕੱਲ ਤੇ। ਇਹ ਪੱਥਰਾਂ 'ਚ ਵੀ ਹੋ ਜਾਂਦਾ, ਇਹ ਰੇਤਾ 'ਚ ਵੀ ਹੋ ਜਾਂਦਾ, ਇਹ ਚੀਕਣੀ ਮਿੱਟੀ 'ਚ ਵੀ ਹੋ ਜਾਂਦਾ। ਇਹ ਪੰਜਾਬ ਦੇ ਕਲਾਈਮੇਟ ਲਈ ਬਹੁਤ ਵਧੀਆ ਸਿੱਧ ਹੋਇਆ ਜੀ। ਔਰ ਜਿਹੜੇ ਇਨਸੂਲਿਨ ਦੇ ਇੰਜੈਕਸ਼ਨ ਲੈਂਦੇ ਆ ਜੀ, ਉਹ ਵੀ ਛੁੱਟ ਜਾਂਦੇ ਇਹਦੇ ਨਾਲ। ਇਹ ਪੌਦੇ ਨਾਲ ਇਹਦੇ ਪੱਤੇ ਖਾਣ ਦਾ ਹੁੰਦਾ ਕਿ ਜੇ 200 ਤੱਕ ਆ ਜੀ ਤੇ 2 ਪੱਤੇ, 300 ਆ 3, 400 ਆ 4, 500 ਆ 5 ਪੱਤੇ ਰੋਜ਼ ਦੇ ਜੀ। ਜੇ ਜਿਹੜਾ ਨਾਰਮਲ ਬੰਦਾ ਹੈਗਾ ਉਹ ਮਿਹਨਤ ਕਰਦਾ, ਜਿਮ ਕਰਦਾ, ਤੇ ਉਹ 1 ਪੱਤਾ ਲੈਂਦਾ ਰਵੇ ਤਾਂ ਕਿ ਉਹਦੀ ਜਿੰਨੀ ਵੀ એનર્ਜੀ ਹੈਗੀ ਆ ਉਹ ਵੇਸਟ ਨਾ ਹੋਵੇ, ਉਹਦੀ ਬਾਡੀ 'ਚ ਰਵੇ। ਬਿਲਕੁਲ। ਸੁਰਿੰਦਰ ਜੀ, ਸਾਡੇ ਦੇਖਣ ਵਾਲਿਆਂ ਨੂੰ ਇਹ ਦੱਸੋ ਕਿ ਇਹਨੂੰ ਖਾਣਾ ਕਿੱਦਾਂ ਹੈ? ਕਈ ਵਾਰ ਕਿਹਾ ਜਾਂਦਾ ਹੈ ਕਿ ਖਾਲੀ ਪੇਟ ਖਾਓਗੇ ਤਾਂ ਜ਼ਿਆਦਾ ਅਸਰ ਹੁੰਦਾ ਹੈ, ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ। ਇਹ ਕੋਈ ਹੈ ਇਹਦਾ ਵਿਚਾਰ ਜੀ ਜਾਂ ਨਹੀਂ? ਦੇਖੋ, ਇੱਕ ਕੁਦਰਤ ਦਾ ਨਿਯਮ ਹੈਗਾ ਕਿ ਜਿਹੜੀ ਚੀਜ਼ ਆਪਾਂ ਸਵੇਰੇ ਫਾਸਟਿੰਗ ਲੈਂਦੇ ਆ ਜੀ, ਉਹ ਜ਼ਿਆਦਾ ਅਸਰ ਕਰਦੀ ਆ। ਤੇ ਆਪਾਂ 1 ਜਾਂ 2 ਪੱਤੇ ਜਿਨ੍ਹਾਂ ਦੀ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਆ ਉਹ ਸਵੇਰੇ ਨਿਰਣੇ ਲੈ ਸਕਦੇ ਆ। ਬਾਕੀ ਆਪਾਂ ਪੂਰੇ ਦਿਨ ਦੇ ਵਿੱਚ 5 ਪੱਤੇ ਲੈਣੇ ਆ ਜਾਂ 4 ਲੈਣੇ ਆ ਤੇ ਉਹ 1-1, 2-2 ਕਰਕੇ ਲੈ ਲਓ, ਇਕੱਠੇ ਲੈ ਲਓ, ਉਹਦੀ ਕੋਈ ਦਿੱਕਤ ਨਹੀਂ। ਜਿਹੜੇ ਆਪੇ ਫਾਸਟਿੰਗ ਲੈਣੇ ਆ ਉਹ 1 ਜਾਂ 2 ਪੱਤੇ ਲਵਾਂਗੇ। ਬਿਲਕੁਲ। ਅਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ, ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US Immigration and Politics with Attorney at Law ਜਸਪ੍ਰੀਤ ਸਿੰਘ। ਪੰਜਾਬ ਮੇਲ USA ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੰਜਾਬ ਚਰਚਾ। ਮੇਰੇ ਨਾਲ ਨੇ ਸੁਰਿੰਦਰ ਸਿੰਘ ਨਾਗਰਾ ਹੋਣੀ, ਜਿਹੜੇ ਕਿ ਮੈਡੀਸਨ ਪਲਾਂਟ ਦੀ ਖੇਤੀ ਕਰਦੇ ਨੇ। ਸਰ, ਅਸੀਂ ਗੱਲ ਕੀਤੀ ਸੀ ਇਨਸੂਲਿਨ ਪਲਾਂਟ ਦੀ, ਇਨਸੂਲਿਨ ਪੌਦੇ ਦੀ। ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪੌਦੇ ਨੇ? ਇਸ ਤੋਂ ਇਲਾਵਾ ਸਟੀਵੀਆ ਜਿਹੜਾ ਹੈਗਾ ਜੀ, ਇਹਨੂੰ ਸ਼ੂਗਰ ਫ੍ਰੀ ਖੰਡ ਕਿਹਾ ਜਾਂਦਾ ਜੀ। ਲੇਕਿਨ ਇਹਨੂੰ ਆਰਗੈਨਿਕ ਤਿਆਰ ਕੀਤਾ ਜਾਵੇ ਜੀ ਤੇ ਇਹਦੀ ਸਾਂਭ ਸੰਭਾਲ ਸਹੀ ਕੀਤੀ ਜਾਵੇ, ਫੁੱਲ ਆਉਣ ਤੋਂ ਪਹਿਲਾਂ ਇਹਦੀ ਤੜਾਈ ਹੋ ਜਾਏ ਤਾਂ ਬਹੁਤ ਤਗੜੀ ਮੈਡੀਸਨ ਆ ਜੀ। ਇਹ ਸ਼ੂਗਰ, ਮੋਟਾਪਾ, ਜਿਹੜੇ ਆ ਟਾਇਰ ਮਸਲ ਸਾਡੇ ਤੰਗ ਕਰਦੇ ਆ, ਹਾਈ ਬਲੱਡ ਪ੍ਰੈਸ਼ਰ, ਗੈਸ ਬਣਦੀ, ਤੇਜ਼ਾਬ ਬਣਦਾ, ਕੌਨਫੀਡੈਂਸ ਵੀਕ ਹੁੰਦਾ, ਇਹਨਾਂ ਸਾਰਿਆਂ ਨੂੰ ਕਵਰ ਕਰਦਾ। ਇਸ ਤੋਂ ਇਲਾਵਾ ਇੱਕ ਬੂਟਾ ਹੈਗਾ ਜਿਹਨੂੰ ਅੜੂਸਾ ਕਹਿੰਦੇ, ਬਾਂਸਾ ਵੀ ਕਹਿੰਦੇ ਆ ਜੀ, ਜਿਹੜਾ ਕਿ ਰੇਸ਼ਾ, ਬਲਗਮ, ਖਾਂਸੀ, ਨਜ਼ਲਾ, ਜ਼ੁਕਾਮ ਜੀ, ਇਹਨਾਂ ਸਾਰਿਆਂ ਨੂੰ ਕਵਰ ਕਰਦਾ। ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਫੇਫੜੇ ਛਲਿੰਗ ਹੋ ਗਏ ਆ ਜੀ, ਇਹ ਐਲੋਪੈਥੀ ਦੇ ਵਿੱਚ ਇਲਾਜ ਹੈ ਨਹੀਂਗਾ ਕਿ ਉਸ ਜੰਮੀ ਹੋਈ ਰੇਸ਼ਾ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਗਾਂ ਬਣਨੋਂ ਹਟ ਜਾਏ ਜੀ। ਇਹਦਾ 1 ਪੱਤਾ ਜਿਹੜਾ ਵਾ ਅਸੀਂ ਰੋਜ਼ ਲੈਣਾ ਸ਼ੁਰੂ ਕਰ ਦਈਏ ਜੀ, 2.5 ਘੰਟਿਆਂ 'ਚ ਇਹਦੇ ਰਿਜ਼ਲਟ ਸ਼ੁਰੂ ਹੋ ਜਾਂਦੇ ਆ, ਔਰ ਉਹ ਵੀ ਜਿਹੜਾ ਸਾਨੂੰ ਤੰਦਰੁਸਤ ਕਰ ਦਿੰਦਾ। ਅੱਛਾ, ਇਹ ਜਿਹੜੇ ਪਲਾਂਟ ਨੇ, ਇਹ ਪੌਦੇ ਨੇ, ਇਹਨਾਂ ਦੀ ਕੀਮਤ ਕਿੰਨੀ ਕੁ ਹੈ? ਜਿਵੇਂ ਹੁਣ ਤੁਸੀਂ ਬਾਂਸਾ ਦੀ ਗੱਲ ਕੀਤੀ, ਸਟੀਵੀਆ ਦੀ ਗੱਲ ਕੀਤੀ, ਜਾਂ ਇਸ ਤੋਂ ਪਹਿਲਾਂ ਇਨਸੂਲਿਨ ਦੀ ਗੱਲ ਕੀਤੀ, ਕਿ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੈ? ਇਹ ਜਿੰਨੇ ਵੀ ਬੂਟੇ ਹੁੰਦੇ ਆ ਸਾਡੇ ਕੋਲ ਹੈਗੇ ਆ, ਇਹ 50 ਰੁਪਏ ਤੋਂ ਲੈ ਕੇ ਜੀ, ਇਹਨਾਂ ਦੀ ਕੀਮਤ 300 ਰੁਪਏ ਤੱਕ ਅਸੀਂ ਰੱਖੀ ਆ ਜੀ, ਤਾਂ ਕਿ ਮਾੜੇ ਤੋਂ ਮਾੜਾ ਬੰਦਾ ਵੀ ਅਫੋਰਡ ਕਰ ਸਕੇ ਜੀ। ਇਸ ਤੋਂ ਇਲਾਵਾ ਰੋਜ਼ਮੈਰੀ ਆ, ਠੀਕ ਹੈ, ਉਹ ਆਪਣੀ ਮੈਮਰੀ ਤੇਜ਼ ਕਰਦੀ ਆ, ਮਸਾਲੇ ਦਾ ਕੰਮ ਕਰਦੀ ਆ ਤੇ ਉਹਨੂੰ ਬਾਹਰਲੇ ਕੰਟਰੀਆਂ ਦੇ ਵਿੱਚ, ਇੰਗਲੈਂਡ 'ਚ, ਕੈਨੇਡਾ 'ਚ, ਅਮਰੀਕਾ 'ਚ ਤੁਲਸੀ ਵਾਂਗੂ ਸ਼ੁਭ ਮੰਨ ਕੇ ਵੀ ਲਾਇਆ ਜਾਂਦਾ। ਫੂਡ ਪੋਇਜ਼ਨ ਖਤਮ ਕਰਦੀ ਆ ਜੀ। ਹਿੰਗ ਹੈਗੀ ਆ ਜੀ, ਉਹ ਹੱਡ ਜੋੜ ਬੂਟੀ ਆ, ਜਿਹੜਾ ਕਿ ਹੱਡੀ ਕਿਸੇ ਦੀ ਟੁੱਟ ਗਈ ਆ, ਜਿਹੜਾ ਕੰਮ ਮਹੀਨਿਆਂ 'ਚ ਨਹੀਂ ਹੋ ਸਕਦਾ ਜੀ, ਉਹ ਦਿਨਾਂ ਦੇ ਵਿੱਚ ਜੋੜ ਦਿੰਦੀ ਆ ਜੀ। ਇਹ ਕਿਹੜਾ ਪੌਦਾ ਜਿਹੜਾ ਹੱਡ ਜੋੜ ਹੈ? ਇਹਦਾ ਨਾਂ ਹੀ ਹੱਡ ਜੋੜ ਹੈ ਜਾਂ ਫਿਰ? ਇਹਦਾ ਨਾਂ ਹੀ ਹੱਡ ਜੋੜ ਆ ਜੀ। ਇਹਦੀ ਬੇਲ ਹੁੰਦੀ ਆ ਜੀ, ਉਹਦੀਆਂ ਛੋਟੀਆਂ-ਛੋਟੀਆਂ ਏਡੀਆਂ ਡੰਡੀਆਂ ਹੁੰਦੀਆਂ ਜੀ, ਉਹ ਗਾਂ ਤੋਂ ਗਾਂ ਵਿੱਚ ਕੱਟ ਪੈ ਕੇ ਫੇਰ ਗਾਂ, ਕੱਟ ਪੈ ਕੇ ਫੇਰ ਗਾਂ ਵੱਧਦੀਆਂ ਜਾਂਦੀਆਂ। ਇਹ 'ਚ ਕੈਲਸ਼ੀਅਮ ਬਹੁਤ ਹੁੰਦੀ ਆ ਜੀ। ਇਹਨੂੰ ਇਹਦੀ ਭੁਰਜੀ ਬਣਾ ਕੇ ਵੀ ਲੋਕੀ ਖਾਂਦੇ ਆ ਜੇ ਕਿਸੇ ਨੂੰ ਪ੍ਰੋਬਲਮ ਹੋ ਜਾਂਦੀ ਆ ਜੀ। ਔਰ ਇਹਨੂੰ ਮਸਲ ਕੇ ਜਿੱਥੇ ਸੱਟ ਲੱਗੀ ਆ, ਹੱਡੀ ਕਰੈਕ ਹੋ ਗਈ ਆ, ਉੱਥੇ ਵੀ ਬੰਨਿਆ ਜਾਂਦਾ ਜੀ। ਇਹ ਬਹੁਤ ਕਾਰਗਰ ਬੂਟੀ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਬੂਟੇ ਹੈਗੇ ਆ। ਮਗ ਹੈਗੀ ਆ, ਸਫੈਦ ਚੰਦਨ ਆ, ਲਾਲ ਚੰਦਨ ਆ, ਅੜੂਸਾ ਆ ਜੀ। ਫਿਰ ਆਪਣਾ ਇੱਕ ਸ਼੍ਰੀਲੰਕਾ ਦਾ ਬੂਟਾ ਹੁੰਦਾ ਜਿਹਨੂੰ
ਸੀਤਾ ਵਾਟਿਕਾ ਕਹਿੰਦੇ ਆ ਜੀ। ਸੀਤਾ ਅਸ਼ੋਕਾ ਟਰੀ ਵੀ ਉਹਨੂੰ ਕਹਿ ਦਿੰਦੇ ਆ, ਅਸ਼ੋਕਾ। ਹਾਂਜੀ, ਲੇਕਿਨ ਜਿਹੜਾ ਆਮ ਘਰਾਂ ਦੇ ਵਿੱਚ ਲਵਾ ਦਿੰਦੇ ਸਿੱਧਾ ਜਾਣ ਵਾਲਾ, ਉਹ ਨਹੀਂ ਹੁੰਦਾ ਜੀ। ਇਹ ਬਹੁਤ ਸ਼ਾਨਦਾਰ ਬੂਟਾ ਹੁੰਦਾ, ਇਹਦੇ ਫੁੱਲ, ਪੱਤੇ, ਟਾਹਣੀਆਂ, ਸੱਕ ਸਭ ਕੁਝ ਕੰਮ ਆਉਂਦਾ। ਇਹ ਲੇਡੀਜ਼ ਦੀ ਪ੍ਰੋਬਲਮ ਲਈ ਹੁੰਦਾ, ਲੇਡੀ ਨੂੰ ਕੋਈ ਵੀ ਪ੍ਰੋਬਲਮ ਹੋਵੇ ਤੇ ਉਹ ਉਹਨੂੰ ਸੋਲਵ ਕਰਦਾ ਹੈਗਾ ਜੀ। ਕਾਫੀ ਸਾਰੀਆਂ ਵੈਰਾਈਟੀਆਂ ਹੈਗੀਆਂ ਵਾ, ਹਰੜ, ਬਿਹੇੜਾ, ਔਲਾ, ਰੀਠਾ, ਹਾਂਜੀ, ਇਹ ਸਾਰੇ ਜਿੰਨੇ ਵੀ ਹੈਗੇ। ਹੁਣ ਆਪਾਂ ਰੀਠੇ ਦੀ ਗੱਲ ਕਰੀਏ ਜੀ। ਰੀਠਾ ਜੇ ਕਿਸੇ ਦੇ ਸੱਪ ਨੇ ਡੰਗ ਮਾਰ ਦਿੱਤਾ ਆ ਜੀ, ਜਾਂ ਫੂਕ ਮਾਰ ਦਿੱਤੀ, ਉਹਦਾ ਜ਼ਖਮ ਨਹੀਂ ਹਟਦਾ, ਕੁਝ ਵੀ ਹੈਗਾ, ਤੇ ਤੁਸੀਂ ਚੈੱਕ ਕਰਨਾ ਸਭ ਤੋਂ ਪਹਿਲਾਂ ਕਿ ਇਹਨੂੰ ਸੱਪ ਦੀ ਜ਼ਹਿਰ ਹੈਗੀ ਆ ਜੀ। ਉਹਨੂੰ ਥੋੜਾ ਜਿਹਾ ਰੀਠੇ ਦੇ ਛਿਲਕੇ ਦਾ ਪਾਊਡਰ ਖਿਲਾ ਕੇ ਦੇਖ ਲਓ ਜੀ, ਜੇ ਉਹਨੂੰ ਫਿੱਕਾ ਲੱਗਾ ਤੇ ਜ਼ਹਿਰ ਹੈਗੀ ਆ, ਜੇ ਕੌੜਾ ਲੱਗਾ ਤੇ ਨਹੀਂ ਜੀ। ਰੀਠੇ ਦਾ ਇਹ ਵੀ ਗੁਣ ਕਿਹਾ ਜਾਂਦਾ ਕਿ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਹੀ ਹੁੰਦਾ ਆ, ਔਰ ਜੇ ਤੁਸੀਂ ਥੋੜਾ ਜਿਹਾ ਵੀ ਖਾ ਲਓ ਤਾਂ ਤੁਹਾਨੂੰ ਵਿਟਾਮਿਨ ਸੀ ਦੀ ਕਦੀ ਕਮੀ ਨਹੀਂ ਹੁੰਦੀ ਰੋਜ਼। ਇਹ ਵਿਟਾਮਿਨ ਤੇ ਜਿਹੜੇ ਹੈਗੇ ਆ ਉਹ ਤਾਂ ਇਹ ਵਾਲਾਂ ਲਈ ਬਹੁਤ ਵਧੀਆ ਹੈਗਾ ਆ, ਇਹਦੇ ਕੰਮ ਹੈਗੇ ਆ। ਔਰ ਅਗਰ ਉਹਨੂੰ ਫਿੱਕਾ ਲੱਗਦਾ ਜੀ ਤੇ ਉਹਨੂੰ ਅੱਧਾ ਚਮਚਾ ਸਵੇਰੇ ਸ਼ਾਮੀ ਦੇਈ ਜਾਈਏ ਤੇ ਤੀਜੇ ਦਿਨ ਹੀ ਉਹਦੇ ਜਿੱਥੇ ਜ਼ਖਮ ਉੱਥੋਂ ਦੀ ਸਾਰੀ ਜ਼ਹਿਰ ਨਿਕਲ ਜਾਂਦੀ ਹੈ। ਤੇ ਇਦਾਂ ਛੋਟੇ ਛੋਟੇ ਜਿਹੜੇ ਹੈਗੇ ਆ, ਸਾਡਾ ਮੇਨ ਮਿਸ਼ਨ ਹੈਗਾ ਕਿ ਅਸੀਂ ਘਰੇਲੂ ਵੈਦ ਪਹਿਲੇ ਜਿੱਦਾਂ ਸੀਗੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਸੀ, ਉਹ ਸਾਂਝ ਪਾਈਏ, ਸਾਰਿਆਂ ਨੂੰ ਪਤਾ ਹੋਵੇ ਸਾਡੀ ਰਸੋਈ 'ਚ ਕੀ ਆ, ਅਸੀਂ ਰਸੋਈ 'ਚੋਂ ਕਿੱਦਾਂ ਠੀਕ ਹੋ ਸਕਦੇ ਹਾਂ। ਬਿਲਕੁਲ। ਜਦੋਂ ਸਾਡੀ ਗੱਲ ਹੋ ਰਹੀ ਸੀ ਸੁਰਿੰਦਰ ਜੀ ਹੁਣਾਂ ਨਾਲ, ਮੈਂ ਦੱਸਦਾ ਸਾਡੇ ਦੇਖਣ ਵਾਲਿਆਂ ਨੂੰ, ਤੇ ਇਹ ਕਹਿੰਦੇ ਸੀ ਰਸੋਈ ਜਿਹੜੀ ਆ ਅਸੀਂ ਉਹ ਤੋਂ ਆਪਣਾ ਸਾਰਾ ਇਲਾਜ ਕਰ ਸਕਦੇ ਹਾਂ, ਯਾਨੀ ਕਿ ਰਸੋਈ ਜਿਹੜੀ ਆ ਇੱਕ ਮੈਡੀਕਲ ਦੀ ਦੁਕਾਨ ਹੈ। ਤੇ ਸੁਰਿੰਦਰ ਜੀ ਉਹ ਕਿੱਦਾਂ ਆ? ਮੈਂ ਕਿਹਾ ਤੁਸੀਂ ਗੱਲ ਕਰ ਹੀ ਰਹੇ ਤੇ ਮੈਂ ਪੁੱਛ ਹੀ ਲਵਾਂ ਕਿ ਇਹ ਕਿੱਦਾਂ ਆ। ਹਾਂਜੀ, ਉਹ ਇਸੇ ਤਰ੍ਹਾਂ ਹੈਗਾ ਕਿ ਜਿੱਦਾਂ ਕਿਸੇ ਨੂੰ ਫੂਡ ਪੋਇਜ਼ਨ ਹੋ ਜਾਂਦਾ, ਫੂਡ ਪੋਇਜ਼ਨ ਦਾ ਥੋੜਾ ਜਿਹਾ ਟਾਈਮ ਜ਼ਿਆਦਾ ਪੈ ਜਾਏ ਤੇ ਉਹਦਾ ਪੇਸ਼ੈਂਟ ਦਾ ਇਲਾਜ ਹੀ ਨਹੀਂ ਹੁੰਦਾ, ਕਿਉਂਕਿ ਉਹਨੂੰ ਮਾਊਂਟਿੰਗ ਇੰਨੀਆਂ ਜ਼ਿਆਦੀਆਂ ਹੁੰਦੀਆਂ, ਲੂਜ਼ ਮੋਸ਼ਨ ਇੰਨੇ ਹੁੰਦੇ ਆ, ਦਰ ਪੇਨ ਉਹਦੇ ਇੰਨੀ ਹੁੰਦੀ ਆ, ਤੇ ਉਸ ਲਈ ਆਪਾਂ ਆਪਣੀ ਰਸੋਈ ਦੇ ਵਿੱਚੋਂ ਹੀ 1 ਚਮਚਾ ਪਿਆਜ਼ ਦਾ ਰਸ, 1 ਚਮਚਾ ਅਦਰਕ ਦਾ ਰਸ ਤੇ 1 ਚਮਚਾ ਸ਼ਹਿਦ, ਇਹ ਤਿੰਨੇ ਚੀਜ਼ਾਂ ਮਿਲਾ ਕੇ ਦੇ ਦਈਏ ਤੇ ਪੇਸ਼ੈਂਟ 15 ਮਿੰਟਾਂ ਠੀਕ ਹੋ ਜਾਂਦਾ ਜੀ। ਫਿਰ ਹਲਦੀ ਜਿਹੜੀ ਆ ਇਹ ਐਂਟੀਬਾਇਓਟਿਕ ਆ ਜੀ, ਇਹਨੂੰ ਆਪਾਂ ਦੁੱਧ ਦੇ ਵਿੱਚ ਪਾ ਕੇ ਲੈ ਸਕਦੇ, ਪਰ ਹੋਵੇ ਹਲਦੀ ਮਿਲਾਵਟ ਵਾਲੀ ਨਹੀਂ, ਪਿਓਰ ਹਲਦੀ ਹੋਵੇ। ਕਿਸੇ ਦਾ ਸੁੱਕਾ ਉੱਥੋਂ ਨਹੀਂ ਹਟਦਾ ਜੀ, ਉਹ ਛੋਟੀ ਜਿਹੀ ਚੁਟਕੀ ਲੈ ਕੇ ਗਾਂ ਸੰਗ ਦੇ ਵਿੱਚ ਰੱਖੇ ਤਾਲੂ ਦੇ ਲਾਗੇ, ਤੇ ਉਹਨੂੰ ਬਸ ਆਸਾ ਆਸਾ ਚੂਸੇ ਤੇ ਉਹਦਾ ਉੱਥੋਂ ਜਿਹੜਾ ਆ ਉਸ ਲਈ ਖਾਂਸੀ ਹਟ ਜਾਏਗੀ। ਲੈਣਾ ਉਦੋਂ ਹੀ ਆ ਜਦੋਂ ਪ੍ਰੋਬਲਮ ਹੋਵੇ, ਤੇ 5-7 ਵਾਰੀ ਕਰਨ ਦੇ ਨਾਲ ਹੀ ਉਹ ਠੀਕ ਹੋ ਜਾਂਦਾ। ਫਿਰ ਕਾਲੀ ਮਿਰਚ ਹੈਗੀ ਆ, ਇਹ ਸਾਡੇ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਆ। ਇਹ ਅਸੀਂ ਦੇਖਿਆ ਕਿ ਸਾਡੇ ਸੋਜ ਪੈਣ ਲੱਗ ਪਈ ਆ, ਜੋੜ ਦਰਦ ਕਰਦੇ ਆ। 4 ਮਿਰਚਾਂ ਜਿਹੜੀਆਂ ਅਸੀਂ ਸਵੇਰੇ ਉਹਨਾਂ ਨੂੰ ਚਬਾਉਣੀਆਂ ਸ਼ੁਰੂ ਕਰ ਦਈਏ, ਇੱਕ ਰੋਜ਼ ਵਧਾਈ ਜਾਈਏ, 10 ਤੇ ਲੈ ਜਾਈਏ, 10 ਤੋਂ ਬਾਅਦ ਫੇਰ ਘਟਾਉਂਦੇ 4 ਤੇ ਆ ਜਾਈਏ। ਇਹਨੂੰ ਅਸੀਂ ਮਹੀਨਾ 2 ਮਹੀਨੇ ਕਰੀਏ ਤੇ ਸਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਤੇ ਜੇ ਉਹ ਕਾਲੀ ਮਿਰਚ ਫਰਜ਼ ਕੀਤਾ ਨਹੀਂ ਕਿਸੇ ਵੇਲੇ ਚਬਾ ਹੁੰਦੀ ਤੇ ਉਹਨੂੰ ਆਪਾਂ ਨਿੰਬੂ ਦੇ ਵਿੱਚ ਰਾਤ ਨੂੰ ਭੇਜ ਦਈਏ, ਉਹ ਨਰਮ ਹੋ ਜਾਂਦੀ ਤੇ ਸਵੇਰੇ ਆਰਾਮ ਨਾਲ ਚਬਾਈ ਜਾਂਦੀ ਹੈ। ਅੱਛਾ, ਤੁਸੀਂ ਗੱਲ ਕਰ ਰਹੇ ਸੀਗੇ ਕਿ ਅਸੀਂ ਘਰੋਂ ਇਲਾਜ ਕਰ ਸਕਦੇ ਹਾਂ। ਹਲਦੀ ਇੱਕ ਬਹੁਤ ਵੱਡਾ ਸਾਡੇ ਕੋਲੇ ਤੱਤ ਹੈ, ਔਸ਼ਧੀ ਹੈ, ਪਰ ਹਲਦੀ ਬਹੁਤ ਮੈਂ ਦੇਖਿਆ ਕਿ ਬਹੁਤ ਸਾਰੇ ਸਾਡੇ ਦੇਖਣ ਵਾਲੇ ਵੀ ਉਹਨਾਂ ਨੇ ਬੂਟੇ ਘਰੇ ਲਾਏ ਹੋਣਗੇ ਹਲਦੀ ਦੇ, ਪਰ ਜਦੋਂ ਹਲਦੀ ਨੂੰ ਜਦੋਂ ਤੋੜਨ ਦੀ ਵਾਰੀ ਆਉਂਦੀ ਆ ਜਾਂ ਕੱਢਣ ਦੀ ਵਾਰੀ ਆਉਂਦੀ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨੂੰ ਕਿਵੇਂ ਪਾਊਡਰ ਬਣਾਇਆ ਜਾਵੇ, ਕਿਵੇਂ ਵਰਤਿਆ ਜਾਵੇ, ਕਿ ਗੰਢਾਂ ਹੀ ਵਰਤ ਸਕਦੇ ਹਾਂ ਅਸੀਂ, ਕਿੱਦਾਂ ਕੀ ਹੁੰਦਾ ਇਹਦਾ ਸਭ? ਦੇਖੋ, ਹਲਦੀ ਨੂੰ ਜਿਹੜਾ ਆ ਉਬਾਲਣਾ ਜ਼ਰੂਰੀ ਚਾਹੀਦਾ ਜੀ, ਕਿਉਂਕਿ ਜ਼ਮੀਨ ਦੇ ਵਿੱਚੋਂ ਜਰਾਸੀਮ ਬਹੁਤ ਸਾਰੇ ਜਿਹੜੇ ਆ ਹਲਦੀ ਦੇ ਨਾਲ ਲੱਗੇ ਹੁੰਦੇ ਆ ਜੀ। ਹਲਦੀ ਪੱਟ ਲਈ, ਉਹਨੂੰ ਧੋ ਕੇ ਜਿਹੜਾ ਹੈਗਾ ਵਾ ਆਪਾਂ ਸਾਫ਼ ਕਰ ਲਿਆ। ਉਸ ਤੋਂ ਬਾਅਦ ਦੇ ਵਿੱਚ ਉਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਪਾਣੀ 'ਚ ਪਾ ਕੇ ਵਾਲਾਂਗੇ। ਔਰ ਪਾਣੀ ਜਿਹੜਾ ਆ ਉਹ ਬਰਤਨ ਭਰਿਆ ਨਹੀਂ ਹੋਣਾ ਚਾਹੀਦਾ, ਉਹ ਚੌਥਾ ਹਿੱਸਾ ਪਾਣੀ ਚਾਹੀਦਾ ਜੀ। ਇਹ ਕਿਉਂ? ਕਿਉਂਕਿ ਉਹਨੂੰ ਭਾਫ ਨਾਲ ਉਬਾਲਣਾ ਜੀ, ਪਾਣੀ ਨਾਲ ਨਹੀਂ, ਨਹੀਂ ਤਾਂ ਉਹਦਾ ਤੇਲ ਜਿਹੜਾ ਵਾ ਪਾਣੀ ਦੇ ਵਿੱਚ ਸਾਰਾ ਚਲ ਜਾਂਦਾ। ਤੇ ਉਹਨੂੰ ਉੱਪਰੋਂ ਚੰਗੀ ਤਰ੍ਹਾਂ ਇਹ ਟਾਈਟ ਕਰ ਦੇਣਾ ਚਾਹੀਦਾ 2-4 ਕੱਪੜੇ ਪਾ ਕੇ, ਤੇ ਜਦੋਂ ਉਸ ਕੱਪੜੇ ਦੇ ਵਿੱਚ ਦੀ ਸਿਖਰ ਥਾਣੀ ਉੱਪਰ ਥਾਣੀ ਉਹਦੇ ਭਾਫ ਨਿਕਲ ਲੱਗ ਪਏ ਤੇ ਉਹਨੂੰ ਗੰਢੀ ਨੂੰ ਚੱਕ ਕੇ ਤੇ ਉਹਦੇ ਵਿੱਚ ਤੀਲ ਲਗਾ ਕੇ ਦੇਖੀਏ ਕੋਈ ਡੱਖਾ, ਜਿੱਦਾਂ ਸ਼ਕਰਕੰਦੀ ਦੇ ਵਿੱਚ ਦੀ ਲੰਘ ਜਾਂਦੀ ਆ, ਇਸ ਤਰ੍ਹਾਂ ਉਬਲੀ ਸ਼ਕਰਕੰਦੀ ਦੇ ਵਿੱਚ ਦੀ ਇਦਾਂ ਨਰਮ ਹੋ ਕੇ ਜੇ ਜਦੋਂ ਲੰਘਣ ਲੱਗ ਪਏ ਤੇ ਉਹਨੂੰ ਉੱਥੋਂ ਪਾਣੀ ਚੋਂ ਕੱਢ ਕੇ ਤੇ ਕਿਸੇ ਬੋਰੀ ਵਗੈਰਾ ਤੇ ਪਾ ਕੇ ਉੱਤੋਂ ਫੇਰ ਢੱਕ ਦਿਓ ਤਾਂ ਕਿ ਉਹਦਾ ਤੇਲ ਨਾ ਉੱਡੇ ਜੀ, ਤੇ ਉਹਨੂੰ ਸੁਕਾ ਕੇ ਤੇ ਫਿਰ ਉਹਦਾ ਪਾਊਡਰ ਬਣਾ ਲਓ ਜੀ। ਅੱਛਾ, ਨਗਰਾ ਸਾਹਿਬ, ਇਹ ਤਾਂ ਸੀ ਹਲਦੀ ਦੀ ਗੱਲ।
ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਆਮ ਜਿਹੜਾ ਕਿਸਾਨ ਹੈ ਉਹ ਪਹਿਲਾਂ ਵੀ ਮੈਂ ਕਿਹਾ ਕਿ ਉਹ ਫਸਲਾਂ ਲਗਾਉਂਦਾ ਜਦੋਂ ਉਹਨੂੰ ਵੱਧ ਲਾਭ ਹੁੰਦਾ, ਜਿਹਦਾ ਕਰਕੇ ਬਹੁਤ ਨੁਕਸਾਨ ਵੀ ਹੋ ਰਿਹਾ ਸਾਡੀ ਮਿੱਟੀ ਦਾ। ਤੇ ਜਦੋਂ ਇੱਕ ਕਿਸਾਨ ਲਾਉਂਦਾ, ਤੁਸੀਂ ਵੀ ਆਪ ਖੇਤੀ ਕਰ ਰਹੇ ਹੋ ਇਹਨਾਂ ਪਲਾਂਟਸ ਦੀ, ਤੇ ਕਿੰਨਾ ਕੁ ਫਾਇਦਾ ਹੈ, ਕਿੰਨਾ ਕੁ ਨੁਕਸਾਨ ਹੁੰਦਾ ਹੈ, ਕਿਵੇਂ ਮੰਡੀਕਰਨ ਹੁੰਦਾ ਹੈ, ਜਾਂ ਕੀ ਦੱਸਣਾ ਚਾਹੋਗੇ ਸਾਡੇ ਦੇਖਣ ਵਾਲਿਆਂ ਨੂੰ? ਦੇਖੋ ਜੀ, ਬੇਨਤੀ ਇਹ ਹੈਗੀ ਆ ਕਿ ਸਾਡੇ ਨਾਲ ਬਹੁਤ ਸਾਰੇ ਕਿਸਾਨ ਜੁੜ ਰਹੇ ਆ ਜੀ, ਉਹ ਇਹ ਕੰਮ ਕਰਨਾ ਚਾਹੁੰਦੇ ਆ, ਲੇਕਿਨ ਅਸੀਂ ਜਿਹਨਾਂ ਨੂੰ ਵੀ ਬੂਟੇ ਦਿੰਨੇ ਆ ਉਹਨਾਂ ਨੂੰ ਕਹਿੰਦੇ ਆ ਕਿ ਪਹਿਲਾਂ ਤੁਸੀਂ ਬੂਟੇ ਜਿਹੜੇ ਆ ਥੋੜੇ ਲਾ ਕੇ ਦੇਖੋ, ਤੁਹਾਨੂੰ ਪਤਾ ਲੱਗੇ ਇਹਦੇ ਚੋਂ ਕਿੰਨੇ ਬਚਦੇ ਆ ਤੇ ਕੀ ਇਹਨਾਂ ਦੇ ਗੁਣ ਆ। ਨੰਬਰ 1, ਅਸੀਂ ਅਸ਼ਵਗੰਧੇ ਦਾ ਟ੍ਰਾਇਲ ਕਰ ਰਹੇ ਹਾਂ ਜੀ। ਇਹਦਾ ਅਸ਼ਵਗੰਧੇ ਦਾ ਟ੍ਰਾਇਲ ਕੀਤਾ ਸੀਗਾ, ਉਹਦੇ ਚੋਂ ਉਹ ਐਤਕੀ ਮਾਰਿਆ ਗਿਆ ਜੀ। ਤੁਲਸੀ ਦਾ ਟ੍ਰਾਇਲ ਸਾਡਾ ਕਾਮਯਾਬ ਰਿਹਾ ਜੀ। ਅਸੀਂ ਸਰਬਗੰਧੇ ਦਾ ਟ੍ਰਾਇਲ ਪਿਛਲੇ 2 ਸਾਲ ਤੋਂ ਕਰ ਰਹੇ ਹਾਂ ਜੀ। ਇਹ 3 ਸਾਲ ਦੀ ਖੇਤੀ ਹੁੰਦੀ ਆ, 2 ਸਾਲ ਤੋਂ 3 ਸਾਲ ਤੱਕ ਆਪਾਂ ਇਹਨੂੰ ਰੱਖ ਸਕਦੇ ਹਾਂ। ਔਰ ਇਹ ਹਿਮਾਚਲ ਗਵਰਨਮੈਂਟ ਨੇ ਸਾਡੇ ਕੋਲੋਂ ਇਹਨੂੰ ਸਾਡੀ ਪਿੱਠ ਥਾਪੜੀ ਸੀ ਜੀ। ਜਿਹੜੇ ਉਹਨਾਂ ਦਾ ਰਿਸਰਚ ਸੈਂਟਰ ਹੈਗਾ ਆ ਜੋਗਿੰਦਰ ਨਗਰ, ਸਾਨੂੰ ਉੱਥੇ ਡਾਇਰੈਕਟਰ ਸਾਹਿਬ ਅਰਨ ਚੰਦਨ ਜੀ ਦਾ ਬੜਾ ਸਹਿਯੋਗ ਮਿਲ ਰਿਹਾ ਜੀ। ਤੇ ਅਸੀਂ ਉਹਨਾਂ ਕੋਲ ਵੀ ਨੱਠ ਕੇ ਚੱਲ ਜਾਈਦਾ, ਉਹ ਵੀ ਸਾਡੇ ਕੋਲ ਇੱਥੇ ਆ ਜਾਂਦੇ ਆ ਜੀ। ਪਾਲਮਪੁਰ ਰਿਸਰਚ ਸੈਂਟਰ ਤੋਂ ਵੀ ਬਹੁਤ ਸਹਿਯੋਗ ਮਿਲ ਰਿਹਾ, ਤੇ ਉੱਥੋਂ ਜਿਹੜਾ ਹੈਗਾ ਆ ਉਹਨਾਂ ਨਾਲ ਸਾਡੀ ਇਹ ਗੱਲ ਚੱਲਦੀ ਪਈ ਆ ਜੀ ਵੀ ਸਾਡਾ ਕੰਪਨੀਆਂ ਨਾਲ ਟਾਈ ਅਪ ਕਰਾਓ ਜੀ। ਪਰ ਮੈਂ ਇੱਕ ਗੱਲ ਆਪਣੇ ਅਗਾਂਹ ਵਧੂ ਜਿਹੜੇ ਕਿਸਾਨ ਹੈਗੇ ਆ ਉਹਨਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਪਾਲਿਸੀ ਹੈਗੀ ਆ ਗਵਰਨਮੈਂਟ ਦੀ ਆਈ ਜੀ, ਜਿਹਦੇ ਵਿੱਚ 500 ਜੜੀ ਬੂਟੀ ਫੂਡ ਪ੍ਰੋਡਕਟ 'ਚ ਆ। ਆਪਾਂ ਕਣਕ ਝੋਨਾ ਛੱਡ ਕੇ ਤੇ ਉਸ ਜੜੀ ਬੂਟੀ ਵਾਲੇ ਪਾਸੇ ਪਈਏ ਜੀ। ਇਹ ਨਹੀਂ ਵੀ ਸਾਰਿਆਂ ਨੇ ਆਲੂ ਹੀ ਲਾਤੇ, ਸਾਰਿਆਂ ਨੇ ਝੋਨਾ ਹੀ ਲਾਤਾ, ਸਾਰਿਆਂ ਨੇ ਕਣਕ ਲਾਤੀ ਜੀ। ਇਹ ਨਹੀਂ, ਜਿਹੜੇ ਏਰੀਏ 'ਚ ਜਿਹੜੀ ਫਸਲ ਹੋ ਸਕਦੀ ਆ ਜੀ। ਹੁਣ ਇੱਕ ਉਦਾਹਰਨ ਆ, ਜਿੱਥੇ ਬੰਜਰ ਪਏ ਆ ਜੀ, ਆਪਣਾ ਪਹਾੜੀ ਏਰੀਆ ਦਾ ਕੰਢੀ ਏਰੀਆ ਹੈਗਾ, ਜਾਂ ਜਿੱਥੇ ਹੜ੍ਹ ਆ ਜਾਂਦੇ ਆ, ਉੱਥੇ ਲੈਮਨ ਗ੍ਰਾਸ ਲਾ ਦਈਏ ਤੇ ਮੇਰੇ ਵੀਰ 5-7 ਜਣੇ ਰਲ ਕੇ ਉੱਥੇ ਤੇਲ ਕੱਢਣ ਦਾ ਪਲਾਂਟ ਲਾ ਲਓ। ਹੁਣ ਜਿਹੜਾ ਲੈਮਨ ਗ੍ਰਾਸ ਆ, ਇਹਦੀ ਇੱਕ ਇਹ ਖੂਬੀ ਆ, ਇਹਨੂੰ ਨਾ ਚੂਹੇ ਨੇ ਖਾਣਾ, ਨਾ ਪਸ਼ੂ ਨੇ ਖਾਣਾ, ਨਾ ਇਹਦੀ ਚੋਰੀ ਹੋਣੀ ਜੀ, ਨਾ ਇਹਨੂੰ ਮੀਂਹ ਦਾ ਕੋਈ ਨੁਕਸਾਨ, ਨਾ ਇਹਨੂੰ ਹੜ੍ਹ ਦਾ ਨੁਕਸਾਨ, ਨਾ ਸੋਕੇ ਦਾ ਨੁਕਸਾਨ ਜੀ। ਇਹ ਸਾਲ 'ਚ 3 ਫਸਲਾਂ ਦੇ ਦਿੰਦਾ। ਇਹ ਉੱਥੋਂ ਪਲਾਂਟ ਲੱਗਾ ਹੋਵੇ, ਬਾਕੀ ਸਾਰੇ ਆਪਣੇ ਏਰੀਆ ਦੇ ਵਿੱਚ ਫਾਰਮਰ ਦੇ ਨਾਲ ਉਹਨਾਂ ਨੂੰ ਇਹ ਲਾਉਣ ਲਈ ਪ੍ਰੇਰਣ ਤੇ ਉਹਦਾ ਤੇਲ ਕੱਢਣ, ਇੱਕ ਬਦਲ ਹੋ ਗਿਆ, ਫਸਲ ਦਾ ਬਦਲ ਹੋ ਗਿਆ। ਬਿਲਕੁਲ। ਪਰ ਜਦੋਂ ਅਸੀਂ ਬਦਲ ਦੀ ਗੱਲ ਕਰਦੇ ਹਾਂ, ਹਰ ਕੋਈ ਇਸ ਚੀਜ਼ ਤੋਂ ਡਰਦਾ ਕਿ ਇਹਦਾ ਮੰਡੀਕਰਨ ਨਹੀਂ ਹੋਣਾ। ਜਿਵੇਂ ਤੁਸੀਂ ਕਿਹਾ ਕਿ ਪਲਾਂਟ ਲਾ ਲਓ, ਪਲਾਂਟ ਲਾਉਣ ਤੋਂ ਬਾਅਦ ਜੇ ਵੇਚਣਾ ਨਹੀਂ, ਜੇ ਮੁੱਲ ਨਹੀਂ ਮਿਲਣਾ, ਮੇਰਾ ਕਹਿਣ ਦਾ ਮਤਲਬ ਕਿ ਇਹ ਤੁਸੀਂ ਦੱਸ ਸਕਦੇ ਹੋ ਕਿ ਮੰਡੀਕਰਨ ਕਿੰਨਾ ਕੁ ਫਾਇਦਾ ਕਿੰਨਾ ਹੋ ਰਿਹਾ, ਜੇ ਕਿਉਂਕਿ ਹਰ ਕੰਮ ਅਸੀਂ ਫਾਇਦੇ ਲਈ ਕਰਦੇ ਹਾਂ, ਫਾਇਦਾ ਜ਼ਰੂਰੀ ਵੀ ਹੋਣਾ ਚਾਹੀਦਾ ਹੈ, ਕਿ ਕਿੰਨਾ ਕੁ ਫਾਇਦਾ ਹੁੰਦਾ ਹੈ? ਦੇਖੋ ਜੀ, ਬੇਨਤੀ ਸਿੱਧੀ ਆ, ਜਿੱਦਾਂ ਅੱਜ ਦੀ ਡੇਟ ਦੇ ਵਿੱਚ ਕਿਸਾਨ ਧਰਨਿਆਂ ਤੇ ਬੈਠੇ ਆ ਜੀ, ਰੇਲਾਂ ਡੱਕੀਆਂ ਆ, ਉਹ ਤਾਂ ਅਸੀਂ ਜਦੋਂ ਕਿਸੇ ਨੂੰ ਚੀਜ਼ ਦੇਵਾਂਗੇ ਜੀ, ਇੱਕ ਫਾਰਮਰ ਹੀ ਐਸਾ ਹੈਗਾ ਜਿਹਦਾ ਆਪਣਾ ਰੇਟ ਨਹੀਂ ਜੀ। ਬਾਕੀ ਹਰ ਕਿਸੇ ਦਾ ਚਾਹੇ 50 ਪੈਸੇ ਦੀ ਟੌਫੀ, ਉਹਦਾ ਵੀ ਆਪਣਾ ਰੇਟ ਆ ਜੀ। ਜੇ ਤਾਂ ਅਸੀਂ ਕੰਪਨੀਆਂ ਨੂੰ ਦੇਣਾ ਤੇ ਫਿਰ ਸਾਡੀ ਕਮਾਈ ਤਾਂ ਉਹਨਾਂ ਨੇ ਲੈ ਜਾਣੀ ਆ ਜੀ। ਪਲਾਂਟ ਲਾਉਣ ਦਾ ਮਤਲਬ ਇਹੀ ਹੈਗਾ ਕਿ ਉਹ ਪਲਾਂਟ ਲੱਗਾ ਹੋਵੇ, ਸਾਨੂੰ ਦੂਰ ਨਾ ਜਾਣਾ ਪਵੇ, ਤੇਲ ਨਿਕਲਿਆ, ਤੇਲ ਦਾ ਜੋ ਰੇਟ ਚੱਲਦਾ ਉਹ ਸਾਨੂੰ ਮਿਲ ਜਾਣਾ ਤੇ ਉਥੋਂ ਉਸ ਪਲਾਂਟ ਤੋਂ ਜਿਹੜਾ ਐਕਸਪੋਰਟ ਹੋ ਸਕਦਾ ਜੀ। ਇਹਨਾਂ ਜੜੀਆਂ ਬੂਟੀਆਂ ਦੀ ਬਾਹਰ ਮਾਰਕੀਟਿੰਗ ਬਹੁਤ ਆ। ਹੁਣ ਪਿਛਲੇ ਜੇ ਸਾਡੀ ਇਦਾਂ ਹੀ ਮੀਟਿੰਗ ਹੋ ਰਹੀ ਸੀਗੀ, ਜਿਹਦੇ ਵਿੱਚ 3 ਫੈਕਟਰੀ ਵਾਲੇ ਬੱਦੀ ਤੋਂ ਸੀਗੇ, 2 ਉੱਥੋਂ ਦਿੱਲੀ ਤੋਂ ਸੀਗੇ, ਤੇ ਡਾਇਰੈਕਟਰ ਸਾਹਿਬ ਦੇ ਨਾਲ ਉਹ ਆਏ ਸੀ। ਪਹਿਲਾਂ ਉਹਨਾਂ ਨੇ ਸਾਡੀ ਮੀਟਿੰਗ ਉੱਥੇ ਜੋਗਿੰਦਰ ਨਗਰ ਰੱਖੀ, ਅਸੀਂ ਉਦੋਂ ਚਲੇ ਗਏ, ਉਹ ਆਏ ਨਾ। ਫਿਰ ਬਾਅਦ 'ਚ ਇੱਥੇ ਸਾਡੇ ਦਫ਼ਤਰੀ ਮੀਟਿੰਗ ਹੋਈ ਤੇ ਗੱਲ ਤਾਂ ਇਹ ਚੱਲਦੀ ਪਈ ਸੀ, ਅਸੀਂ ਕਹਿੰਦੇ ਸੀ ਕਿ ਗਵਰਨਮੈਂਟ ਵਿੱਚ ਭਾਈਵਾਲ ਬਣੇ ਜੀ। ਜਿਹੜੀ ਅਸੀਂ ਪਨੀਰੀ ਖਰੀਦਣੀ ਆ ਜਿੱਥੋਂ ਵੀ ਲੈਣੀ, ਉਹਦੇ ਅੱਧੇ ਪੈਸੇ ਜਿਹੜੇ ਆ ਉਹ ਕੰਪਨੀ ਦੇਵੇ ਜਿਹਨੇ ਸਾਡੇ ਕੋਲੋਂ ਮਾਲ ਚੱਕਣਾ। ਪਰ ਫਿਰ ਇਹ ਵੀ ਹੋਗਾ ਕਿ ਫਿਰ ਰੇਟ ਦਾ ਰੌਲਾ ਪੈ ਜਾਣਾ। ਨਹੀਂ, ਰੇਟ ਪਹਿਲਾਂ ਤੈਅ ਹੋਏਗਾ ਜੀ, ਪਹਿਲਾਂ ਰੇਟ ਤੈਅ ਹੋਏਗਾ, ਕੰਪਨੀ ਚੱਕੇਗੀ ਜੀ। ਜਦੋਂ ਅਸੀਂ ਕੰਪਨੀ ਚੋਂ ਸਿੱਟ ਦਈਏ, ਮਾਲ ਦੇ ਦਈਏ ਤੇ ਸਾਡੇ ਪੈਸੇ ਕੱਟ ਲੈਣ ਤੇ ਉਹਨਾਂ ਤੋਂ ਗਵਰਨਮੈਂਟ ਲੈ ਲੈ ਜੀ। ਕਿਸਾਨ ਜਿਹੜਾ ਹੈਗਾ ਆ ਇਹ ਇਦਾਂ ਕਰਨ ਵਾਲਾ ਆ, ਇਦਾਂ ਕਰਨ ਵਾਲਾ ਨਹੀਂ। ਪਰ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਆਂ, ਉਹਨਾਂ ਨੇ ਹਰ ਕਿਸੇ ਨੂੰ ਮੰਗਤੇ ਬਣਾਤਾ ਜੀ। ਜਿੱਦਾਂ ਹੁਣ ਕਰੋਨਾ ਦੇ ਟਾਈਮ ਤੇ ਅਸੀਂ ਦੇਖਿਆ
ਕਿ ਰਾਸ਼ਨ ਵੰਡ ਦਿਓ, ਕਿਸੇ ਨੂੰ ਮਿਲ ਗਿਆ ਕਿਸੇ ਨੂੰ ਨਹੀਂ ਮਿਲ ਗਿਆ। ਅੱਗੇ ਹੁੰਦਾ ਸੀ ਹਰ ਕਿਸੇ ਦੇ ਘਰ ਡਰਮ ਸੀ, ਹਰ ਕੋਈ ਦਾਣੇ ਖਰੀਦ ਕੇ ਰੱਖਦਾ ਸੀ, ਹਰ ਕੋਈ ਆਪ ਪਿਸਾ ਕੇ ਖਾਂਦਾ ਸੀ। ਹੁਣ ਅਗਲੇ ਕਹਿੰਦੇ ਜੀ ਇਹ ਸਾਨੂੰ ਤਾਂ ਦਾਣੇ ਜਿਹੜੇ ਮਿਲਨੇ ਆ ਫ੍ਰੀ, ਉਹ ਚੱਕ ਕੇ ਉਸ ਚੱਕੀਆਂ ਦੇ ਵੇਚ ਆਉਂਦੇ ਆ, ਲੈਂਦੇ ਫਿਰ ਵੀ ਉੱਧਰੋਂ ਹੀ ਆ, ਚੱਕੀਆਂ ਤੋਂ ਮੁੜ ਕੇ ਆਟਾ ਲੈਂਦੇ ਆ। ਤੇ ਉਹ ਗੌਰਮੈਂਟਾਂ ਨੂੰ ਚਾਹੀਦਾ ਕਿ ਸਾਨੂੰ ਡਿੱਗਿਆਂ ਨੂੰ ਸਾਰਿਆਂ ਨੂੰ ਖੜੇ ਕਰੇ ਕਿਸੇ ਢੰਗ ਨਾਲ, ਲੇਕਿਨ ਮੰਗਤੇ ਬਣਾ ਕੇ ਨਹੀਂ। ਤੇ ਉਦੋਂ ਅਸੀਂ ਇਹ ਦੇਖਿਆ ਕਿ ਉਹ ਦਿੱਕਤ ਆਈ, ਜਿਹੜੇ ਅਸੀਂ ਆਪਣੇ ਆਪ ਤੇ ਡਿਪੈਂਡ ਨਹੀਂ ਸੀ, ਖਾਣ ਜੋਗਾ ਰਾਸ਼ਨ ਨਹੀਂ ਸੀ ਰੱਖਿਆ। ਹੁਣ ਜਿਨ੍ਹਾਂ ਦੇ ਘਰ ਤਾਂ ਸਾਲ ਦੇ ਦਾਣੇ ਸੀਗੇ, ਰਾਸ਼ਨ ਸੀਗਾ, ਉਹਨਾਂ ਦਾ ਗੁਜ਼ਾਰਾ ਚੱਲ ਗਿਆ। ਜਿਨ੍ਹਾਂ ਦੇ ਨਹੀਂ ਸੀ ਉਹ ਫਿਰ ਮੁੜ ਕੇ ਪਿੱਟਦੇ ਸੀਗੇ। ਤੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਪੈਸੇ ਵਿੱਚ ਸਾਡੇ ਦੇਤੇ ਆ ਤੇ ਸਾਡੇ ਤੋਂ ਲਾਓ ਨਾ, ਉਹ ਸਿਰਫ ਇੱਕ ਸ਼ੋਰਟੀ ਹੋ ਗਈ। ਜੇ ਕੰਪਨੀ ਲੈ ਲੈ ਤੇ ਉਹ ਸਾਡੇ ਪੈਸੇ ਕੱਟ ਲੈ, ਜੇ ਕੰਪਨੀ ਆਨਾਕਾਨੀ ਕਰੇ ਅਸੀਂ ਬਾਹਰ ਮਾਰਕੀਟ 'ਚ ਵੇਚ ਲਈਏ। ਹਾਂ, ਆਪ ਜੀ ਨਾਲ ਇੱਕ ਹੋਰ ਗੱਲ ਸਾਂਝੀ ਕਰਾਂਗਾ ਕਿ ਆਪਣੇ ਇੱਥੇ 2 ਮੰਡੀਆਂ ਜੜੀ ਬੂਟੀ ਦੀਆਂ ਹੈਗੀਆਂ ਜਿੱਥੋਂ ਰੇਟ ਤੈਅ ਹੁੰਦੇ ਆ, ਇੱਕ ਅੰਮ੍ਰਿਤਸਰ ਦੀ ਮੰਡੀ, ਇੱਕ ਦਿੱਲੀ ਦੀ। ਹੁਣ ਚੰਦਨ ਦਾ ਤੇ ਹਲਦੀ ਦਾ ਅੱਜ ਤੋਂ 15 ਸਾਲ ਪਹਿਲੋਂ ਸਾਡਾ ਪ੍ਰੋਗਰਾਮ ਇੱਥੇ ਟੀਵੀ ਸੈਂਟਰ ਜਲੰਧਰ ਤੇ ਆਇਆ ਸੀਗਾ, ਦੂਰਦਰਸ਼ਨ ਤੇ ਕਾਫੀ ਲੋਕਾਂ ਨੇ ਸਾਰਿਆਂ ਨੇ ਹਲਦੀ ਲਾਉਣੀ ਸ਼ੁਰੂ ਕਰਤੀ। ਬਾਅਦ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਵੇਚਣ 'ਚ ਪ੍ਰੋਬਲਮ ਆਈ, ਲੇਕਿਨ ਚੰਦਨ ਵਾਲੇ ਪਾਸੇ ਕਿਸੇ ਨੇ ਨਹੀਂ ਚੱਲਿਆ। ਉਸ ਚੀਜ਼ ਨੂੰ ਹਿਮਾਚਲ ਗਵਰਨਮੈਂਟ ਨੇ ਲੈ ਕੇ ਉਹਨਾਂ ਨੇ ਬਹੁਤ ਸਾਰਾ ਚੰਦਨ ਲਵਾਤਾ। ਜਦੋਂ ਚੰਦਨ ਲੱਗ ਗਿਆ, ਚੰਦਨ ਦੀ ਲੱਕੜੀ ਇੰਨੀ ਮਹਿੰਗੀ ਆ, ਉਹ ਸਟੇਟ ਵੀ ਖੁਸ਼ਹਾਲ ਹੋ ਗਈ, ਫਾਰਮਰ ਵੀ ਖੁਸ਼ਹਾਲ ਹੋ ਗਿਆ। ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਸਿਰਫ 2 ਮੰਡੀਆਂ ਜਿੱਥੋਂ ਰੇਟ ਤੈਅ ਹੁੰਦਾ ਹੈ, ਅੰਮ੍ਰਿਤਸਰ ਤੇ ਦਿੱਲੀ। ਪਰ ਇਹ ਵੀ ਗੱਲ ਦੇਖਿਆ ਨਾ ਕਿ ਦਿੱਲੀ ਤਾਂ ਬਹੁਤ ਦੂਰ ਆ, ਔਰ ਅਕਸਰ ਕਿਹਾ ਜਾਂਦਾ ਕਿਸਾਨ ਕਿ ਦਿੱਲੀ ਜਿਹੜੀ ਹੈ ਉਹ ਕਿਸਾਨਾਂ ਦੀ ਸੁਣਦੀ ਨਹੀਂ ਹੈਗੀ। ਇਹ ਮੰਡੀਆਂ ਕਿਤੇ ਨਾ ਕਿਤੇ ਹੋਰ ਹੋਣੀਆਂ ਚਾਹੀਦੀਆਂ ਨੇ। ਤੁਸੀਂ ਇਦਾਂ ਦੇ ਕਿਸਾਨਾਂ ਨੂੰ ਜਾਣਦੇ ਹੋ ਜਿਹੜਾ ਨੇ ਇਹ ਲਾਇਆ ਹੈ, ਜਾਂ ਫਿਰ ਉਹਨਾਂ ਨੂੰ ਮਾਰਕੀਟਿੰਗ ਦੇ ਵਿੱਚ ਪ੍ਰੋਬਲਮ ਆਈ ਹੋਵੇ? ਜੇ ਨਹੀਂ ਆਈ ਤੇ ਕਿਉਂ ਨਹੀਂ ਆਈ? ਹੁਣ ਤੁਹਾਡੀ ਗੱਲ ਤੋਂ ਗੱਲ ਆ, ਜਦੋਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਉਹ ਫੈਕਟਰੀ ਵਾਲੇ ਵੀ ਆਏ ਸੀ ਤੇ ਉੱਥੇ ਉਹਨਾਂ ਦੀ ਸਾਡੀ ਤੂੰ ਮੈਂ ਹੋ ਗਈ ਇਸ ਗੱਲ ਤੋਂ। ਉਹ ਕਹਿੰਦੇ ਜੀ ਜੱਟ ਫੇਰ ਟਰਾਲੀਆਂ ਲਾਉਣਗੇ ਜੀ, ਫੇਰ ਕਹਿਣਗੇ ਜੀ ਸਾਡਾ ਆਹ ਨਹੀਂ ਚੱਕ ਹੁੰਦਾ, ਆਹ ਨਹੀਂ ਚੱਕ ਹੁੰਦਾ। ਤੇ ਮੈਂ ਡਾਇਰੈਕਟਰ ਸਾਹਿਬ ਨੂੰ ਬੇਨਤੀ ਕੀਤੀ, ਡਾਇਰੈਕਟਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਫੈਕਟਰੀ ਲਾਉਣੀ ਹੋਵੇ ਕਿ ਮੇਰਾ ਡਾਕਟਰ ਹੋਣਾ ਜ਼ਰੂਰੀ ਆ? ਉਹ ਕਹਿੰਦੇ ਨਹੀਂ, ਤੁਸੀਂ ਫੈਕਟਰੀ ਲਾਓ, ਅਸੀਂ ਤੁਹਾਨੂੰ ਲਾਇਸੈਂਸ ਦਿੰਦੇ ਆ ਜੀ। ਮੈਂ ਕਿਹਾ ਫਰਜ਼ ਕੀਤਾ, ਮੈਂ ਗਲੋ ਹੀ ਲਵਾ ਦਿੰਦਾ ਜੀ, ਗਲੋ ਲਵਾ ਦਿੰਦਾ। ਗਲੋ ਦੀ ਡਿਮਾਂਡ ਬਾਹਰ ਬਹੁਤ ਹੈ ਜੀ। ਮੈਂ ਉਹਦੀਆਂ ਗੋਲੀਆਂ ਬਣਾ ਕੇ ਬਾਹਰ ਭੇਜਦਾ ਕਿ ਤੁਸੀਂ ਮੈਨੂੰ ਡੱਕ ਲੋਗੇ, ਮੈਨੂੰ ਲਾਇਸੈਂਸ ਨਹੀਂ ਦੋਗੇ? ਕਹਿੰਦੇ ਜੀ ਵੇਚੋ, ਅਸੀਂ ਤਾਂ ਕਹਿੰਦੇ ਵੇਚੋ ਜੀ। ਇਹਨਾਂ ਨੇ ਜੰਮੂ ਜੀ, ਉਸ ਤੋਂ ਬਾਅਦ ਜੰਮੂ ਫੈਕਟਰੀ ਲਵਾਈ ਜਿਹਦਾ ਕਿ ਗੋਲੀਆਂ ਬਣ ਕੇ ਧੜਾ ਧੜ ਜਿਹੜੀਆਂ ਵਾ ਉਹ ਬਾਹਰਲੇ ਕੰਟਰੀਆਂ ਨੂੰ ਜਾ ਰਹੀਆਂ। ਕਰੋਨਾ ਦੇ ਵਿੱਚ ਲੋਕਾਂ ਨੇ ਉਹੀ ਜਿਹੜੀ ਹੈਗੀ ਆ ਗਲੋਈ ਜ਼ਿਆਦਾ ਜਿਹੜੀ ਆ ਉਹੀ ਵਰਤਣੀ ਸ਼ੁਰੂ ਕਰ ਦਿੱਤੀ। ਮੈਂ ਤੁਲਸੀ ਦੀ ਪੜ੍ਹ ਰਿਹਾ ਸੀ ਖਬਰ ਕਿ ਤੁਲਸੀ ਜਿਹੜੀ ਆ ਸਾਡੇ ਮੁਲਕ 'ਚ ਬਹੁਤ ਘੱਟ ਹੁੰਦੀ ਆ, ਔਰ ਅਸੀਂ ਬਹੁਤ ਬਾਹਰੋਂ ਮੰਗਾਉਂਦੇ ਆ, ਉਹਦੇ ਬੀਜ ਬਹੁਤ ਬਾਹਰੋਂ ਮੰਗਾਉਂਦੇ ਆ। ਤੇ ਤੁਸੀਂ ਕਿਹਾ ਜੋ ਤੁਲਸੀ ਅਸੀਂ ਲਾਈ ਸੀਗੀ, ਤੇ ਤੁਲਸੀ ਦਾ ਕਿੰਨਾ ਕੁ ਮੁਨਾਫਾ ਆ? ਆਮ ਇਨਸਾਨ ਜਾਂ ਆਮ ਕਿਸਾਨ ਜਿਹੜਾ ਪੰਜਾਬ ਵਾਲਾ ਕਿਸਾਨ ਹੈ ਉਹ ਤੁਲਸੀ ਨੂੰ ਲਾ ਸਕਦਾ ਹੈ ਕਿ ਨਹੀਂ? ਲਾ ਸਕਦਾ, ਕਿਉਂ ਨਹੀਂ ਲਾ ਸਕਦਾ, ਲੇਕਿਨ ਉਹਦੀ ਮਾਰਕੀਟਿੰਗ ਜਿਹੜੀ ਉਹ ਆਪ ਕਰਨੀ ਪਏਗੀ ਜੀ। ਫਿਰ ਉਹੀ ਗੱਲ ਆਉਂਦੀ ਹੈ, ਉਹਦੀ ਮਾਰਕੀਟਿੰਗ ਆਪ ਕਰਨੀ ਪਏਗੀ। ਹੁਣ ਇੱਕ ਸਧਾਰਨ ਜੀ ਗੱਲ ਆ, ਤੁਸੀਂ ਤੁਲਸੀ ਦੀ ਗੱਲ ਕੀਤੀ ਆ, ਤੁਲਸੀ ਤੇ ਹਲਦੀ ਦੋਨੇ ਗਰਭ ਨਿਰੋਧਕ ਆ ਜੀ। ਜਿਹੜੇ ਸਾਡੀਆਂ ਬੱਚੀਆਂ ਭੈਣਾਂ ਗਰਭ ਨਿਰੋਧਕ ਗੋਲੀਆਂ ਖਾਂਦੀਆਂ, ਉਹਨਾਂ ਦੇ ਗੋਲੀਆਂ ਦੇ ਸਾਈਡ ਇਫੈਕਟ ਦੇ ਨਾਲ ਬੋਡੀ ਦਾ ਨਾਸ ਮਾਰਿਆ ਜਾਂਦਾ ਜੀ। ਜੇ ਉਹ ਉਹਨਾਂ ਦਿਨਾਂ 'ਚ ਜੀ ਹਲਦੀ ਲੈਣੀ ਸ਼ੁਰੂ ਕਰ ਦੇਣ, ਤੁਲਸੀ ਲੈਣੀ ਸ਼ੁਰੂ ਕਰ ਦੇਣ, ਤੇ ਗੋਲੀ ਦੀ ਲੋੜ ਨਹੀਂ। ਹਾਂ, ਇੱਕ ਮੇਰੀ ਬੇਨਤੀ ਆ ਕਿ ਜਿਸ ਬੱਚੀ ਨੇ ਪ੍ਰੈਗਨੈਂਸੀ ਲੈਣੀ ਆ, ਉਸ ਟਾਈਮ ਤੇ ਹਲਦੀ ਤੇ ਤੁਲਸੀ ਇਹ 2 ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ ਜੀ, ਠੀਕ ਆ। ਔਰ ਤੁਲਸੀ ਜਿਹੜੀ ਆ ਹਰ ਲੇਡੀਜ਼ ਲਈ ਜ਼ਰੂਰੀ ਆ ਜੀ, ਸਕਿਨ ਪ੍ਰੋਬਲਮ ਲਈ ਜੀ। ਇਹ ਹੋਰ ਵੀ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਵੀ ਬਚਾਉਂਦੀ ਆ ਤੇ ਸਕਿਨ ਪ੍ਰੋਬਲਮ ਤੋਂ ਵੀ ਬਚਾਉਂਦੀ ਆ ਜੀ। ਇਸ ਤੋਂ ਇਲਾਵਾ ਅੱਜ ਦੀ ਡੇਟ ਦੇ ਵਿੱਚ ਇੱਕ ਹੋਰ ਚੀਜ਼ ਦੇਖਣ ਨੂੰ ਆ ਰਹੀ ਆ ਕਿ ਲੇਡੀ ਨੂੰ ਬ੍ਰੈਸਟ ਕੈਂਸਰ ਤੇ ਓਵਰੀ ਕੈਂਸਰ ਬਹੁਤ ਹੋ ਰਿਹਾ। ਇਹਦੇ 'ਚ ਮੇਰੀਆਂ ਭੈਣਾਂ ਨੂੰ, ਬੱਚੀਆਂ ਨੂੰ, ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ, ਇਹ ਪ੍ਰੋਬਲਮ ਇਹ ਤੁਹਾਨੂੰ ਅੱਜ ਤੱਕ ਕਿਸੇ ਡਾਕਟਰ ਨੇ ਨਹੀਂ ਦੱਸਿਆ ਹੋਵੇਗਾ, ਅਸੀਂ ਤੁਹਾਨੂੰ ਦੱਸਣ ਲੱਗੇ ਆ। ਉਹਨਾਂ ਨੂੰ ਆਉਂਦੀ ਜਿਹੜੇ ਦਿਮਾਗ ਤੇ ਟੈਨਸ਼ਨ ਰੱਖ ਕੇ, ਕਿਸੇ ਗੱਲ ਨੂੰ ਮਨ 'ਚ ਰੱਖ ਕੇ ਅੰਦਰੋਂ ਅੰਦਰ ਹੀ ਸੜੂ ਭੁੱਜੂ ਕਰੀ ਜਾਣਾ। ਇਹ ਗੱਲ ਕਿਉਂ ਹੋਈ, ਇਹ ਮੈਨੂੰ ਕਿਉਂ ਕਿਹਾ, ਇਹ ਕਾਹਤੋਂ ਹੋਇਆ?
ਉਹਨਾਂ ਨੂੰ ਚਾਹੀਦਾ ਹੈਗਾ ਕਿ ਜਿਹੜੀ ਗੱਲ ਹੋ ਗਈ ਖੁਸ਼ ਰਹਿਣ ਜੀ। ਕਿਉਂਕਿ ਉਹ ਗੱਲ ਜਦੋਂ ਦਿਲ ਤੋਂ ਦਿਮਾਗ ਦੇ ਵਿੱਚ ਘੁੰਮਦੀ ਆ ਤੇ ਅੰਦਰ ਜਿਹੜੇ ਸਾਡੇ ਸੈੱਲ ਜਿਹੜੇ ਕੰਮ ਕਰਦੇ ਆ ਉਹ ਐਂਟੀਬਾਡੀ ਹੋ ਜਾਂਦੇ ਆ ਜੀ। ਤੇ ਇਹ ਪ੍ਰੋਬਲਮ ਉਹਨਾਂ ਨੂੰ ਆਉਂਦੀ ਆ ਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਆ ਇਹ ਤੋਂ ਦੂਰ ਰਹਿਣਾ ਚਾਹੀਦਾ। ਤੁਲਸੀ ਦਾ ਸੇਵਨ ਜਿਹੜਾ ਆ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਲੇਕਿਨ ਇੱਕ ਚੀਜ਼ ਹੋਰ, ਤੁਲਸੀ ਕਦੀ ਵੀ ਚਬਾ ਕੇ ਨਹੀਂ ਖਾਣੀ ਚਾਹੀਦੀ। ਤੁਲਸੀ ਤਾਂ ਹਲਦੀ 'ਚ ਪਾਰਾ ਹੁੰਦਾ, ਤੁਲਸੀ ਚਬਾ ਕੇ ਖਾਣ ਦੇ ਨਾਲ ਦੰਦ ਕਿਰ ਜਾਣਗੇ। ਔਰ ਦੰਦ ਬਚਾਉਣ ਲਈ ਕੜੀ ਪੱਤਾ ਲਾਓ, ਉਹਦੇ ਪੱਤੇ ਚਬਾਓ ਤੇ ਦੰਦ ਜਿਹੜੇ ਆ ਕਿਤੇ ਜਾਂਦੇ ਹੀ ਨਹੀਂ ਜੀ। ਵਾਕਈ ਗੱਲ ਕੁਦਰਤ ਅਨਮੋਲ ਹੈ, ਕੁਦਰਤ ਕੋ ਖਜ਼ਾਨਾ ਪਿਆ ਹੋਇਆ ਹੈ। ਗੱਲਾਂ ਬਹੁਤ ਨੇ ਪਰ ਸਮਾਂ ਜਿਹੜਾ ਹੈ ਉਹ ਹਰ ਵਾਰ ਕਹਿੰਦਾ ਹੈ ਕਿ ਤੁਸੀਂ ਰੁਕਣਾ ਹੈ। ਅੱਜ ਦੀ ਚਰਚਾ ਦੇ ਵਿੱਚ ਸਿਰਫ ਇੰਨਾ ਹੀ। ਸੁਰਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਆਏ ਹੋ। ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।